ਹੁਣ ਦੇਖੋ ਮੋਮੈਂਟਮ ਕੀ ਚੀਜ਼ ਆ। ਮੋਮੈਂਟਮ ਜ਼ਿਆਦਾਤਰ ਬੁੱਕਸ ਤੇ ਇਹਨੂੰ ਬਹੁਤ ਬੋਰਿੰਗ ਜਿਹਾ ਸ਼ਬਦ ਬਣਾ ਦਿੰਦੀਆਂ ਵਾ ਕਿ ਮੋਮੈਂਟਮ ਕੀ ਆ, ਮਾਸ ਤੇ ਵੈਲੋਸਿਟੀ ਦੀ ਗੁਣਾ ਵਾ। ਮਤਲਬ ਜੇਕਰ ਕਿਹਾ ਜਾਵੇ ਕਿ ਇਹ ਇੱਕ ਬੋਡੀ ਆ, ਇਹਦਾ ਮਾਸ m ਆ ਤੇ ਇਹ ਕਿਸੇ ਵੈਲੋਸਿਟੀ v ਦੇ ਨਾਲ ਮੂਵ ਕਰ ਰਹੀ ਆ। ਤੇ ਹੁਣ ਆਪਾਂ ਇੱਥੇ ਕੀ ਕਵਾਂਗੇ, ਜੇਕਰ ਆਪਾਂ ਇਹਦਾ ਮੋਮੈਂਟਮ ਕੈਲਕੂਲੇਟ ਕਰਨਾ ਹੋਵੇ ਤਾਂ ਆਪਾਂ ਕੀ ਕਹਿੰਦੇ ਆ ਕਿ ਇਹਦਾ ਮੋਮੈਂਟਮ ਹੈਗਾ ਵਾ ਮਾਸ ਤੇ ਵੈਲੋਸਿਟੀ ਦੀ ਗੁਣਾ। ਮੰਨ ਲਓ ਇਹਦਾ ਮਾਸ ਹੈਗਾ ਵਾ 50 ਕਿਲੋ ਤੇ ਇਹ ਕਿੰਨੀ ਸਪੀਡ ਦੇ ਨਾਲ ਜਾ ਰਹੀ ਆ, 10 ਮੀਟਰ ਪਰ ਸੈਕਿੰਡ। ਤੇ ਆਪਾਂ ਕਹਿਤਾ ਮੋਮੈਂਟਮ ਕਿੰਨਾ ਬਣਿਆ ਇਹਦਾ, 500 kg ਮੀਟਰ ਪਰ ਸੈਕਿੰਡ। ਇੰਨਾ ਮੋਮੈਂਟਮ ਬਣਿਆ। ਮੈਥੇਮੈਟਿਕਲੀ ਤੇ ਇਦਾਂ ਕੈਲਕੂਲੇਟ ਕਰਦੇ ਆ ਤੇ ਮੋਮੈਂਟਮ ਨੂੰ ਅਸੀਂ p ਨਾਲ ਲਿਖਦੇ ਆ। ਮਤਲਬ ਮੋਮੈਂਟਮ ਵਾਸਤੇ ਅਸੀਂ ਵਰਡ ਕੀ ਰੱਖਿਆ ਹੋਇਆ ਵਾ, p ਰੱਖਿਆ ਵਾ। ਕਈ ਬੁੱਕਸ ਵੱਡੀ p ਪਾ ਦਿੰਦੀਆਂ, ਕਈ ਛੋਟੀ ਪਾ ਦਿੰਦੀਆਂ, ਉਹਦਾ ਕੋਈ ਲੌਜਿਕ ਨਹੀਂ ਖਾਸ, ਠੀਕ ਆ। ਹੁਣ ਦੇਖੋ ਆਪਾਂ ਮੋਮੈਂਟਮ ਸਮਝਦੇ ਆ। ਮੋਮੈਂਟਮ ਕੀ ਆ, ਮੋਮੈਂਟਮ ਇੱਕ ਇਫੈਕਟ ਵਾ, ਮਤਲਬ ਇੱਕ ਅਸਰ ਵਾ। ਇਹ ਕੌਣ ਕਰ ਸਕਦਾ ਵਾ, ਕੌਣ ਪੈਦਾ ਕਰ ਸਕਦਾ। ਜੇਕਰ ਮੈਂ ਇੱਥੇ ਲਿਖਾਂ ਕਿ ਇਹ ਇਫੈਕਟ ਜਿਹੜਾ ਵਾ ਉਹ ਕੌਣ ਪੈਦਾ ਕਰ ਸਕਦਾ, ਤੇ ਮੈਨੂੰ ਪਤਾ ਕਿ ਇਹ ਕੌਣ ਕਰ ਸਕਦਾ, ਜਿਹਦੇ ਕੋਲੋਂ ਮਾਸ ਹੋਊਗਾ ਤੇ 2 ਨੰਬਰ ਤੇ ਜਿਹਦੇ ਕੋਲੋਂ ਵੈਲੋਸਿਟੀ ਹੋਏਗੀ। ਹੁਣ ਦੇਖੋ ਜੇ ਮੈਂ ਇਦਾਂ ਕਹਾਂ ਕਿ ਇੱਕ ਚੀਜ਼ ਇਹੋ ਜੀ ਜਿਹਦੇ ਕੋਲੋਂ ਮਾਸ ਤੇ ਵੈਲੋਸਿਟੀ ਆ, ਉਹ ਇੱਕ ਇਫੈਕਟ ਪੈਦਾ ਕਰ ਸਕਦੀਆਂ ਵਾ। ਹੁਣ ਦੇਖੋ ਇਫੈਕਟ ਕੀ ਆ, ਮੈਂ ਇਹਨੂੰ ਉਦਾਹਰਨ 'ਚ ਸਮਝਾਉਂਦਾ, ਇਹਨੂੰ ਚੰਗੇ ਤਰੀਕੇ ਨਾਲ ਸਮਝਣਾ। ਮੰਨ ਲਓ ਇੱਥੇ ਕੀ ਆ, ਇੱਕ ਟਰੱਕ ਆ ਤੇ ਇਸ ਟਰੱਕ ਦਾ ਵਜ਼ਨ ਲਾ ਲਓ m = 1000 kg ਲਗਾ ਲਓ। ਤੇ ਇੱਥੇ ਕੀ ਆ, ਇੱਕ ਸਾਈਕਲ ਆ ਮੰਨ ਲਓ ਇੱਕ ਸਾਈਕਲ ਆ ਜਾਂ ਕੋਈ ਟੋਏ ਆ। ਇਹਦਾ ਮਾਸ ਮੰਨ ਲਓ ਤੁਸੀਂ ਮੰਨ ਲੈਂਦੇ ਆ 5 kg ਜਾਂ 10 kg। ਇਹ ਦੋਵੇਂ ਚੀਜ਼ਾਂ ਇੱਕੋ ਸਪੀਡ ਦੇ ਨਾਲ ਜਾ ਰਹੀਆਂ ਵਾ। ਮੰਨ ਲਓ ਇਹਦੀ ਸਪੀਡ ਵੀ ਕਿੰਨੀ ਆ, v, ਤੇ ਇਹਦੀ ਸਪੀਡ ਵੀ ਕਿੰਨੀ ਆ, v। ਇਹ ਦੋਵੇਂ ਇੱਕੋ ਸਪੀਡ ਨਾਲ ਜਾ ਰਹੀਆਂ ਵਾ। ਫਰਕ ਕੀ ਆ, ਮਾਸ ਦਾ ਫਰਕ ਆ, ਦੋਵਾਂ ਦੇ ਭਾਰ ਦਾ ਫਰਕ ਆ। ਇਹ ਅੱਗੇ ਜਾ ਕੇ ਇੱਥੇ ਕਿਸੇ ਚੀਜ਼ ਦੇ ਵਿੱਚ ਵੱਜੀਆਂ, ਇੱਥੇ ਕੋਈ ਕੰਧ ਵਾ ਉਹਦੇ 'ਚ ਵੱਜੀਆਂ। ਕਿਹਦਾ ਜ਼ਿਆਦਾ ਪ੍ਰਭਾਵ ਪਏਗਾ, ਸਾਨੂੰ ਪਤਾ ਹੈ ਕਿਹਦਾ ਜ਼ਿਆਦਾ ਪ੍ਰਭਾਵ ਪੈਣਾ, ਜਿਹਦਾ ਮਾਸ ਜ਼ਿਆਦਾ ਵਾ। ਇਹ ਜਿਹੜਾ ਇੱਥੇ ਵੱਜ ਕੇ ਇਹਨੇ ਇੱਕ ਇਫੈਕਟ ਕ੍ਰੀਏਟ ਕੀਤਾ ਨਾ, ਇਹਨੂੰ ਅਸੀਂ ਮੋਮੈਂਟਮ ਕਹਿ ਰਹੇ। ਮੋਮੈਂਟਮ ਕੀ ਆ, ਮੋਮੈਂਟਮ ਇੱਕ ਇਫੈਕਟ ਵਾ। ਕੌਣ ਕ੍ਰੀਏਟ ਕਰ ਸਕਦਾ ਵਾ, ਜਿਹਦੇ ਕੋਲੋਂ ਮਾਸ ਹੋਏਗਾ ਤੇ ਵੈਲੋਸਿਟੀ ਹੋਏਗੀ, ਦੋਵੇਂ ਚੀਜ਼ਾਂ ਹੋਣਗੀਆਂ, ਉਹਦੇ ਕੋਲੋਂ ਇੱਕ ਤਾਕਤ ਹੁੰਦੀ ਆ। ਹੁਣ ਦੇਖੋ ਇਸ ਟਰੱਕ ਕੋਲੋਂ ਮਾਸ ਵੀ ਸੀ ਤੇ ਵੈਲੋਸਿਟੀ ਵੀ, ਇਹਦੇ ਕੋਲੋਂ ਹੁਣ ਇੱਕ ਤਾਕਤ ਆ। ਉਹ ਤਾਕਤ ਕੋਈ ਇਫੈਕਟ ਕ੍ਰੀਏਟ ਕਰ ਸਕਦੀ ਹੈ। ਸਾਹਮਣੇ ਕਿਸੇ ਚੀਜ਼ 'ਚ ਵੱਜੇ ਇਹ ਵਾਲਾ ਟਰੱਕ ਤੇ ਜ਼ਿਆਦਾ ਪ੍ਰਭਾਵ ਪਏਗਾ, ਸਾਨੂੰ ਪਤਾ ਇੱਥੇ ਇਫੈਕਟ ਜ਼ਿਆਦਾ ਹੋਏਗਾ, ਇਫੈਕਟ ਜ਼ਿਆਦਾ ਵਾ। ਹੁਣ ਇਹ ਸਾਈਕਲ ਉਨੀ ਸਪੀਡ ਨਾਲ ਜਾ ਰਿਹਾ, ਇਹ ਕੰਧ 'ਚ ਵੱਜਾ ਤੇ ਇਫੈਕਟ ਘੱਟ ਹੋਊਗਾ, ਇਹ ਤੇ ਸਾਨੂੰ ਪਤਾ ਹੀ ਆ। ਸੋ ਸਾਨੂੰ ਪਤਾ ਲੱਗ ਗਿਆ ਕਿ ਇਹ ਜਿਹੜਾ ਇਫੈਕਟ ਵਾ ਨਾ ਮੋਮੈਂਟਮ, ਇਹ ਕਿਹਦੇ ਪ੍ਰਪੋਰਸ਼ਨਲ ਆ, ਮਾਸ ਦੇ। ਆ ਜਿਹੜਾ ਸਾਈਨ ਆ ਇਹਦਾ ਮਤਲਬ ਹੁੰਦਾ ਪ੍ਰਪੋਰਸ਼ਨਲ। ਪ੍ਰਪੋਰਸ਼ਨਲ ਦਾ ਮਤਲਬ ਹੁੰਦਾ ਜੇ ਇਹ ਵਧੂਗਾ ਤੇ ਇਹ ਵੀ ਵਧੂਗਾ, ਜੇ ਇਹ ਵਧਿਆ ਆ ਵੀ ਵਧਿਆ, ਜੇ ਇਹ ਘਟਿਆ ਤੇ ਆ ਵੀ ਘਟਿਆ। ਇਹਦਾ ਮਤਲਬ ਆ ਵੀ ਇਹਨਾਂ ਦਾ ਇੱਕ ਦੂਜੇ ਨਾਲ ਸਿੱਧਾ ਸੰਬੰਧ ਆ। ਜੇ ਇੱਧਰ ਵਾਲੀ ਚੀਜ਼ ਵਧੂਗੀ ਤੇ ਇੱਧਰ ਵਾਲੀ ਵੀ ਵਧੂਗੀ। ਤੇ ਇਹਨੂੰ ਆਪਾਂ ਬੋਲਦੇ ਕੀ ਆ, ਇਹਨੂੰ ਬੋਲਦੇ ਆ p। ਆਪਾਂ ਕੀ ਕਿਹਾ ਸੀ, ਮੋਮੈਂਟਮ। ਆਪਾਂ ਇਹਨੂੰ ਬੋਲਾਂਗੇ ਮੋਮੈਂਟਮ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਮਾਸ। ਮਤਲਬ ਮੋਮੈਂਟਮ ਜਿਹੜਾ ਵਾ ਉਹ ਮਾਸ ਦੇ ਨਾਲ ਸਿੱਧਾ ਸਿੱਧਾ ਸੰਬੰਧ ਰੱਖਦਾ ਵਾ, ਪ੍ਰਪੋਰਸ਼ਨਲ ਆ, ਉਹਦੇ ਪ੍ਰਪੋਰਸ਼ਨੈਲਿਟੀ ਆ ਉਹਦੀ। ਹੁਣ ਦੇਖੋ ਇਹਦੇ ਵਿੱਚ ਅਸੀਂ ਹੋਰ ਵਰਡ ਯੂਜ਼ ਕਰਦੇ ਹਾਂ, ਦੂਸਰੀ ਐਗਜ਼ਾਮਪਲ ਲੈਂਦੇ ਹਾਂ। ਹੁਣ ਦੇਖੋ ਮੈਂ ਕਹਾਂ ਕਿ ਇਹ ਵੀ ਇੱਕ ਕਾਰ ਆ ਜਾਂ ਟਰੱਕ ਲੈ ਲਓ, ਉਹੀ ਟਰੱਕ ਲੈ ਲਓ, ਇਹ ਵੀ ਉੱਪਰ ਵਾਲਾ ਟਰੱਕ ਆ ਤੇ ਹੁਣ ਇੱਥੇ ਵੀ ਟਰੱਕ ਆ, ਸੇਮ ਹੀ ਟਰੱਕ ਆ ਤੇ ਦੋਵਾਂ ਦਾ ਵਜ਼ਨ ਕਿੰਨਾ ਹੈ, ਅਸੀਂ ਲੈ ਲੈਂਦੇ ਆ। ਇਹਦਾ ਵਜ਼ਨ ਵੀ 1000 ਤੇ ਇਹਦਾ ਵਜ਼ਨ ਵੀ 1000। ਇਹ ਕਿੰਨੀ ਵੈਲੋਸਿਟੀ ਨਾਲ ਜਾ ਰਿਹਾ ਵਾ, 100 ਨਾਲ। ਇਹ ਵੈਲੋਸਿਟੀ ਨਾਲ ਜਾ ਰਿਹਾ 10 ਨਾਲ। ਹੁਣ ਦੋਵੇਂ ਕਿਸੇ ਚੀਜ਼ 'ਚ ਵੱਜਣਗੇ ਤੇ ਕਿਹਦਾ ਪ੍ਰਭਾਵ ਜ਼ਿਆਦਾ ਹੋਊਗਾ, ਜਿਹਦੀ ਵੈਲੋਸਿਟੀ ਜ਼ਿਆਦਾ ਵਾ। ਤੇ ਜੇਕਰ ਜਿਹਦੀ ਵੈਲੋਸਿਟੀ ਜ਼ਿਆਦਾ ਉਹਦਾ ਪ੍ਰਭਾਵ ਜ਼ਿਆਦਾ, ਅਸੀਂ ਕਵਾਂਗੇ ਮੋਮੈਂਟਮ ਕਿਹਦਾ ਜ਼ਿਆਦਾ ਹੋਣਾ ਵਾ, ਜਿਹਦੀ ਵੈਲੋਸਿਟੀ ਜ਼ਿਆਦਾ ਵਾ। ਤੇ ਮੇਰੇ ਕੋਲੋਂ ਦੋ ਇਕੁਏਸ਼ਨਸ ਬਣ ਗਈਆਂ। ਉੱਪਰ ਮੇਰੇ ਕੋਲੋਂ ਕੀ ਬਣਿਆ ਸੀ
कि मोमेंटम किहदा ज़्यादा वा, जिहदा मास ज़्यादा वा। दूजे नंबर ते मैं क्या मोमेंटम किहदा ज़्यादा वा, जिहदी वेलोसिटी ज़्यादा वा। हुण देखो आ साइन की आ प्रपोर्शनल दे आ, ते एक 9th क्लास का बच्चा प्रपोर्शनल के साइन नूं बहुता नहीं डील करता, उन्होंने तो किद्दां दी इक्वेशन चाहिए आ, उन्होंने इदां दी चाहिए आ P इज़ इक्वल टू MV, मतलब इच इक्वल का साइन होवे, जिवें तुसीं वरतदे जो इक्वल का साइन वालियां मैथेमैटिकल इक्वेशनस। हुण देखो साडे कोलों इह वाली इक्वेशन बनी आ, ये कहंदा मोमेंटम वेलोसिटी नाल भी संबंध रखदा, नीचे वाला कहंदा कि मोमेंटम मास नाल भी संबंध रखदा, ते आपां इहनूं इकट्ठा करके लिख दिंदे आ कि मोमेंटम दोवां नाल ही संबंध रखदा, मतलब मोमेंटम डायरैक्टली प्रोपोर्शनल टू मास इनटू वेलोसिटी। ते इत्थों आपां इक्वेशन बनाउने आ P इज़ इक्वल टू MV, मतलब यह वाला प्रपोर्शनल का साइन हटा के आपां इक्वल का साइन लगाउने आ। वैसे मैं इत्थे दस देना चाहुंदा वां कि यह प्रपोर्शनल नूं इक्वल विच बदलण दे कुछ नियम हुंदे आ, वो आपां फिजिकली क्लासरूम विच समझ लांगे। आपां इत्थे सिर्फ जां तुसीं जेकर स्कूल तो बाहरले बच्चे आ, तुसीं मैनूं कमेंट सैक्शन दे विच कह देना, मैं इहदा जवाब दे देवांगा, एग्जैक्टली तुहानूं दस्सांगा कि प्रपोर्शनल इक्वल दे विच फिजिक्स च किवें बदलिया जांदा। पर मैं इत्थे थोड़ा जिहा इस टॉपिक नूं ज़्यादा खिलारना नहीं चाहुंदा, मैं ये दसना चाहुंदा कि इत्थे आपां कहा कि मोमेंटम वेलोसिटी नाल संबंध रखदी आ, इत्थे आपां कहा मोमेंटम मास नाल भी संबंध रखदा, ते इत्थे आपां की कहता मोमेंटम दोवां चीज़ां नाल संबंध रखदा वा। ते आपां यह प्रपोर्शनल दे साइन की जगह ते की पाता, इक्वल का साइन पाता। ते साडे कोलों मोमेंटम की इक्वेशन की आ गई आ, मोमेंटम की इक्वेशन आ गई आ MV। ते मोमेंटम का यूनिट की बनेगा, काहदे च मापांगे, मास का यूनिट की हुंदा SI यूनिट किलोग्राम, ते वेलोसिटी का मीटर पर सैकेंड, मतलब ये की आ, ये साडा मोमेंटम का यूनिट आ, SI यूनिट। इनू चंगे तरीके नाल याद कर लो कि मोमेंटम की आ, मोमेंटम एक इफैक्ट वा, कौन क्रिएट कर सकता वा, जिहदे कोलों मास होऊगा ते वेलोसिटी होएगी। ते दूसरे नंबर ते मोमेंटम कैलकुलेट किवें करना वा, मास ते वेलोसिटी दी गुणा करके कैलकुलेट करना वा आपां मोमेंटम। क्योंकि जेकर सानू मोमेंटम समझ नहीं लगेगा, सानू न्यूटन का सैकेंड ला समझ नहीं लिया, न्यूटन दे सैकेंड ला ते न्यूटन का सैकेंड ला की कहंदा वा, न्यूटन का सैकेंड ला कहंदा वा, मैं पहला इंग्लिश दे विच बोल दिना, रेट ऑफ चेंज ऑफ मोमेंटम ऑफ बॉडीज डायरैक्टली प्रोपोर्शनल टू द एक्सटर्नल फोर्स एंड चेंज टेक प्लेस इन द डायरैक्शन ऑफ फोर्स। मैं आस करदा कि तुहानूं इहदी नहीं समझ लगी होगी जो मैं बोलिया वा, आपां इहनूं उदाहरण के तौर पर ही समझते हैं। मैं बहुता इत्थे इंग्लिश दीयां डेफिनेशनां नहीं लिख रहा, मैं सिर्फ तुहाडी मदर लैंगुएज 'च समझाउण दी कोशिश कर रहा वां। इंग्लिश दीयां डेफिनेशनां बहुत सारियां किताबां दे विच बहुत सोहणे तरीके नाल दित्तियां होईयां, सिर्फ आपां फिजिक्स नूं समझण वाल तुरना वा कि असीं समझ लिया, इंग्लिश असीं अपने आप ही टुੱਟੀ भੱਜੀ जिद्दां दी भी बना सकदे आ, बना लैणी आ। सो न्यूटन का सैकेंड ला सानू पंजाबी दे विच इह गल कहंदा वा कि किसी बॉडी का जिहड़ा मोमेंटम आ, मतलब मोमेंटम दे बदलण दी दर, मतलब मोमेंटम दे चेंज होने का जिहड़ा रेट आ, मतलब मोमेंटम दे बदलण दी दर जिहड़ी आ वो किहदे नाल संबंध रखदी आ, किस ते डिपेंड करदी आ, ते आंसर आ फोर्स ते। हुण देखो न्यूटन ने पहले ला दे विच की क्या, फोर्स की डेफिनेशन दित्ती आ। हुण लोग साइंटिस्ट उहनूं पुछणगे कि तू फोर्स की डेफिनेशन तो देती, हुण सानू ये भी दस के फोर्स नूं कैलकुलेट किद्दां करना वा, मतलब फोर्स की कोई इक्वेशन बना के दे कि असीं कल नूं बॉडी दे उपर लगण वाली फोर्स कैलकुलेट कर लीए। तो जिहड़ा न्यूटन का सैकेंड ला वा ना, इनू असीं की बोलते हैं, कैलकुलेशन ऑफ फोर्स बोलते हैं। इहदे विच न्यूटन के सैकेंड ला दे विच, इस न्यूटन के सैकेंड ला दे विच न्यूटन ने फोर्स नूं कैलकुलेट करना सिखाया वा। पहले ला दे विच की सिखाया सी, डेफिनेशन समझाई सी, ते इहदे विच कि उन्होंने कैलकुलेट किवें करना वा उस फोर्स नूं। ते न्यूटन का सैकेंड ला कहंदा की आ, ते न्यूटन का सैकेंड ला कहंदा की आ कि मोमेंटम दे बदलन दी दर किस ते डिपेंड करदी आ, किस ते डिपेंड करदी आ, फोर्स ते करदी आ। हुण आपां इहनूं समझदे आ, मान लो एक बॉडी आ, ते मान लो इहदा मास कितना वा M वा, ते ये किसी वेलोसिटी U दे नाल जा रही आ। U की हुंदी आ साडी स्टार्टिंग वाली वेलोसिटी, ये रेस्ट ते भी हो सकती आ, मतलब U 0 भी मान सकते हैं तो U कोई वैल्यू भी मान सकते हैं। बाद विच इहदे ते फोर्स लगी इसे मास ते इहदी वेलोसिटी V हो गई,
मतलब मान लो कि v किन्नी आ u नालों ज़्यादा वा। हुण सानू पता वा कि जदों इस बॉडी दे उपर फोर्स लगेगी तो ये वेलोसिटी तो वध ही जानी है। तो वेलोसिटी वधण दे नाल की होया, मोमेंटम चेंज हो गया। पहला कितना मोमेंटम सी, असीं लिख लैंदे आ इनिशियल मोमेंटम। मोमेंटम किवें कैलकुलेट करना वा, तुसीं पढ़ी m मास इंटू वेलोसिटी। ये साडा मोमेंटम का फार्मूला है, मास इंटू वेलोसिटी। हुण देखो इनिशियल मोमेंटम मैं इत्थे पी मोमेंटम वास्ते लिखी दा आई लिख देना, पी आई का मतलब की आ इनिशियल मोमेंटम, मतलब बॉडी का पहला कितना मोमेंटम सी। ते असी लिख लिया m इंटू यू की आ उहदी पहला वाली वेलोसिटी आ। मान लो जेकर मैं इनू वैल्यूज़ देवां तो साडे कोलों मान लो ये 10 kg की कोई बॉडी आ तो ये जा रही आ 5 मीटर पर सैकेंड के नाल। बाद विच इहदे ते फोर्स लगी, मतलब किसी ने फोर्स लगाई चाहे इंजन ने लाई, तो इस 10 kg वाली बॉडी की वेलोसिटी होगी 10 मीटर पर सैकेंड। हुण आपां कहिए इहदा पहला मोमेंटम कितना सी, 10 गुणा 5 पी आई कितना वा 50। बाद विच कितना हो गया पी एफ, मतलब फाइनल मोमेंटम कितना हो गया 100। मतलब इत्थे मैं इत्थे नंबर देते आ ते इत्थे मैं जनरल गल कीती आ, मतलब एम ते यू एम ते वी नाल गल कीती आ, पर जनरल गल करनी है। समझ तुसीं इत्थों लियो कि पहला मोमेंटम इन्ना सी, बाद विच मोमेंटम बदल गया। हुण आपां क्या इनिशियल मोमेंटम कितना, मास ते स्टार्टिंग वाली वेलोसिटी। हुण फोर्स अप्लाई कीती आ, आफ्टर अप्लाइंग फोर्स, किहड़ी फोर्स कितनी है, एफ फोर्स अप्लाई की है। मोमेंटम फाइनल मोमेंटम पी एफ की बनेगा एम इंटू वी फाइनल वेलोसिटी। हुण देखो ये मोमेंटम किद्दां बदलिया, ये वास्ते कौन जिम्मेवार ही, फोर्स जिम्मेवार ही। तो सानू पता वा कि मोमेंटम चेंज कितना होया। मैं पूछा चेंज इन मोमेंटम, इत्थे तुहानूं कहा जाए कि मोमेंटम चेंज कितना होया, तुसीं कहना फाइनल दे विच्चों इनिशियल घटा दो 100 माइनस 50, कितना मोमेंटम चेंज होया 50 चेंज होया। तो इत्थे चेंज इन मोमेंटम की आ, उही फार्मूला पी एफ माइनस पी आई, मतलब इन्ना मोमेंटम चेंज होया साडे कोलों। तो जे मैं इत्थे एक वर्ड होर यूज़ करा, रेट ऑफ चेंज ऑफ मोमेंटम, रेट ऑफ चेंज ऑफ मोमेंटम। पहला मैं की पता किया वा चेंज इन मोमेंटम, मतलब चेंज ऑफ मोमेंटम। हुण मैं वर्ड यूज़ कर लिया रेट ऑफ। जो मैं रेट ऑफ वर्ड यूज़ कर लिया ना, फिर इसका मतलब आ कि मैं टाइम ना डिवाइड करना वा, पी एफ माइनस पी आई ते नीचे टाइम। किहड़ा टाइम, ये टाइम वो वा जिन्ने टाइम दे विच इन्ने वेलोसिटी यू तो वी कर ली आ, जां टाइम किहड़ा वा जिन्ने टाइम विच वेलोसिटी यू तो वी होगी, जां जिन्ने टाइम विच मोमेंटम पी आई तो पी एफ हो गया। ये वो टाइम आ। हुण आपां इहनूं कहांगे रेट ऑफ चेंज ऑफ मोमेंटम। मैं इहनूं एक नवें पेज ते लिखदा वां, तुसीं इहनूं देख लो, लिख लो एक बारी चंगे तरीके नाल। आपां लिखिया कि रेट ऑफ चेंज ऑफ मोमेंटम, रेट ऑफ चेंज ऑफ मोमेंटम किहदे बराबर, पी एफ माइनस पी आई बटा टी। आपां इदां भी लिख सकते हैं पी एफ की आ मास इंटू वेलोसिटी, मास इंटू यू टाइम, एम यू की आ इनिशियल मोमेंटम आ, एम वी की आ फाइनल मोमेंटम आ। तो न्यूटन के निज़म दे विच की कहा गया वा, सानू पता न्यूटन के निज़म च कहा गया कि मोमेंटम के बदलन की दर किस ते डिपेंड करती आ, फोर्स ते डिपेंड करती आ। मतलब ये जिहड़ी चीज़ आ ये किहदे प्रपोर्शनल आ जिहड़ी एम वी माइनस एम यू अपॉन टी,
इस लाइन का मतलब की हो गया, इस लाइन का मतलब न्यूटन के दूसरे नियम वाल आ गया कि मोमेंटम के बदलन की दर किहदे ते डिपेंड करती आ, फोर्स ते डिपेंड करती है। इस लाइन का मतलब ये आ, पहला की कहा सी, जेकर असी इन्ना ही लिखिया एम वी माइनस एम यू, इसका मतलब चेंज इन मोमेंटम। जे नीचे टाइम लाता, हुण की आ रेट ऑफ चेंज ऑफ मोमेंटम, ये की बन गया रेट ऑफ चेंज ऑफ मोमेंटम या चेंज इन मोमेंटम, 3 ਨਾਲ डिवाइड करन ते न्यूटन ने ये की कहा सैकेंड ला दे विच कि रेट ऑफ चेंज ऑफ मोमेंटम, मतलब आ वाली चीज़ ये किहदे ते डिपेंड करती आ, फोर्स ते करती आ। तो ये सानू पता भी है फोर्स ते ही करती आ, किद्दां करती आ, फिर आपां इहनूं उदाहरण लैके समझ लैंदे आ कि इत्थे बॉडी असीं कहा सी जा रही आ यू नाल, ते बाद विच उहदी इसे बॉडी की वेलोसिटी वी होगी, किन्ने टाइम च होगी, असीं कहा कि टाइम मान लो टी लगा। हुण देखो यह वाली इक्वेशन जिहड़ी आ इहनूं मैं इदां लिख सकदा, दो हिस्सियां च तोड़ सकदा, एम वी माइनस एम यू, मतलब उपरला पार्ट वखरा ते नीचे वाला पार्ट वखरा, इस तरीके नाल लिख सकदा। ਇਹਦਾ मतलब की आ, उपर वाले पार्ट का मतलब आ कि फाइनल मोमेंटम माइनस इनिशियल मोमेंटम किते डिपेंड करता, फोर्स ते डिपेंड करता, मतलब चेंज इन मोमेंटम, मतलब जिहड़ा मोमेंटम का चेंज होना वा फोर्स डायरैक्टली प्रपोर्शनल, इहनूं बोलते डायरैक्टली प्रपोर्शनल चेंज इन मोमेंटम। तो ये सानू बनती भी है, देखो गल फोर्स चेंज इन मोमेंटम नाल संबंध रखती आ, ज़्यादा फोर्स लगूगी तो ज़्यादा चेंज होगी, ज़्यादा स्पीड वध जाएगी। जिवें असीं कहा सी कि मान लो ये कितनी स्पीड नाल जा रही आ, 5 नाल जा रही आ, इत्थे वेलोसिटी मैं कहां पिछे जो कहा सी उही लिख दईए, 5 ते 10 ही कहा सी, हुण वेलोसिटी कितनी हो गई आ, 10 हो गई आ, मतलब जिन्नी क फोर्स लगी उन्हें की कीता 5 तो 10 करता, जे फोर्स ज़्यादा लगती तो हो सकता है वेलोसिटी 20 हो जाती। ਇਹਦਾ मतलब ਜਿਹੜਾ मोमेंटम का चेंज होना वा वो तो फोर्स से डिपेंड करता, जे ज़्यादा फोर्स लग जूगी तो ज़्यादा मोमेंटम चेंज हो जाएगा, तो जे घट फोर्स लगूगी तो घट मोमेंटम चेंज होगा। ਇਹਦਾ मतलब ये हो गया इस लाइन का। तो जी आ लाइन लिखी आ साडे कोलों कि फोर्स टाइम पर डिपेंड करती। हुण देखो आ वाली इक्वेशन आई साडे कोलों टाइम, ਇਹਦਾ मतलब की आ, ਜਦੋਂ 1 बटा होवे ना नीचे, मतलब यह साइन की आ प्रपोर्शनल आ, पर ਜਦੋਂ 1 बटा नीचे कुछ होवे इनू आपां बोलते हैं इनवर्सली प्रपोर्शनल, मतलब उल्टा प्रपोर्शनल। ਇਹਦਾ मतलब की हो जाता वा कि जे फोर्स वधूगी तो टी घटूगा, जे टी वधूगा तो फोर्स घटूगी, मतलब ये उल्टे चलणगे। मतलब जदों असीं इदां लिखता ना किसी क्वांटिटी नूं 1 दे नीचे लिखता, मतलब 1 बटा लिखता, ਉਹਦਾ मतलब ये हुंदा वा कि यह वाली जिहड़ी क्वांटिटी आ इहदे तों उल्टी चलदी आ। हुण देखो किवें उल्टी आ, असीं क्या जे फोर्स वधेगी तो टाइम घटेगा, डेफिनेटली इदां ही होएगा। तो जे मैं इदां कहां टाइम घटेगा तो फोर्स वधेगी, क्योंकि रखना तो उल्टा ही आ। ठीक आ, असीं कहा कि ये जिहड़े मोमेंटम का चेंज होना वा ना इनू घट टाइम लगेगा जेकर फोर्स ज़्यादा होगी, तो गल भी ठीक आ। मेरे कहने का मतलब आ कि मोमेंटम दे चेंज होने नू घट टाइम लगेगा, मतलब 5 तो वो स्पीड छेती 20 होगी, ਇਹਦਾ मतलब ज़्यादा फोर्स लगी। तो जे 5 तो वो स्पीड भी हौली हौली हुई आ, मतलब स्लो स्लो हुई आ, ਇਹਦਾ मतलब फोर्स भी घट लगन डई आ। इस तरीके नाल कहांगे कि जे घट समय दे विच चेंज हो गया वा ਇਹਦਾ मतलब फोर्स ज़्यादा लगी आ, तो जे इन्हें समा ज़्यादा लिया वा ਇਹਦਾ मतलब फोर्स घट लगी आ। ਇਹਦਾ मतलब ये हो गया कि असीं इहनूं इकट्ठा की बोल रहे हैं, रेट ऑफ चेंज ऑफ मोमेंटम इदां लिख रहे हैं। तो इनू समझिया किवें, पहलां इदां समझिया इस चीज़ नूं, फिर इदां समझिया। तो न्यूटन का सैकेंड ला भी सानू यही कहता वा कि रेट ऑफ चेंज ऑफ मोमेंटम किहदे प्रपोर्शनल आ, फोर्स दे प्रपोर्शनल आ। ते नाल एक लाइन न्यूटन का होर नियम कहता है कि ये जिहड़ा मोमेंटम का चेंज होना वा ना ये किधर नूं होना वा, जिधर नूं फोर्स लगूगी, मतलब चेंज टेक प्लेस इन द डायरैक्शन ऑफ फोर्स, मतलब मोमेंटम उधर नूं चेंज होएगा जिधर नूं फोर्स लगती पई आ। मैं इनू भी फिर उदाहरण दे विच ही समझा दिना तुहानूं कि चेंज टेक प्लेस इन डायरैक्शन ऑफ फोर्स। हुण देखो इत्थे कोई बॉडी जा रही आ, असीं क्या इहदा मास 10 kg आ,
ਇਹਦੀ ਪਹਿਲਾਂ ਵਾਲੀ ਸਪੀਡ ਕਿੰਨੀ ਆ, ਮੰਨ ਲਓ 5। ਇਹ ਬੋਡੀ ਇੱਥੇ ਪਹੁੰਚ ਗਈ, ਇਹਦਾ ਮਾਸ ਅਜੇ ਵੀ 10, ਹੁਣ ਇਹਦੀ ਵੈਲੋਸਿਟੀ ਕਿੰਨੀ ਆ, ਮੰਨ ਲਓ 20 ਆ। ਹੁਣ ਜੇਕਰ 5 ਤੋਂ ਵੈਲੋਸਿਟੀ 20 ਹੋਈ ਆ ਤੇ ਫੋਰਸ ਕਿੱਧਰ ਨੂੰ ਲੱਗੀ ਆ, ਸਾਨੂੰ ਪਤਾ ਫੋਰਸ ਅੱਗੇ ਨੂੰ ਲੱਗੀ ਆ, ਕਿਉਂਕਿ ਤਾਂ ਹੀ ਤੇ ਸਪੀਡ ਵਧੀ ਆ, ਚਾਹੇ ਉਹ ਇੰਜਣ ਨੇ ਲਾਈ ਆ ਚਾਹੇ ਕਿਸੇ ਨੇ ਬਾਹਰੋਂ ਲਾਈ ਆ, ਫੋਰਸ ਇੱਧਰ ਨੂੰ ਲੱਗੀ ਆ। ਤੇ ਅਸੀਂ ਕਿਹਾ ਕਿ ਫੋਰਸ ਇੱਧਰ ਨੂੰ ਲੱਗੀ ਆ, ਤੇ ਨਿਊਟਨ ਕਹਿੰਦਾ ਕਿ ਜਿਹੜਾ ਮੋਮੈਂਟਮ ਆ ਉਹ ਵੀ ਇੱਧਰ ਨੂੰ ਹੀ ਚੇਂਜ ਹੋਇਆ, ਮੋਮੈਂਟਮ ਵੀ ਇਸੇ ਡਾਇਰੈਕਸ਼ਨ ਵਿੱਚ ਚੇਂਜ ਹੋਏਗਾ ਜਿੱਧਰ ਨੂੰ ਫੋਰਸ ਲੱਗਣ ਡਈ ਆ, ਉਸੇ ਹੀ ਡਾਇਰੈਕਸ਼ਨ ਦੇ ਵਿੱਚ ਮੋਮੈਂਟਮ ਚੇਂਜ ਹੋਏਗਾ। ਦੇਖੋ ਮੋਮੈਂਟਮ ਕੀ ਆ, ਮੋਮੈਂਟਮ ਇੱਕ ਵੈਕਟਰ ਕੁਆਂਟਿਟੀ ਆ, ਵੈਕਟਰ ਕੁਆਂਟਿਟੀ ਆ। ਜਦੋਂ ਵੈਕਟਰ ਕੁਆਂਟਿਟੀ ਆ ਨਾ, ਉਦੋਂ ਸਾਨੂੰ ਇਹਦੀ ਡਾਇਰੈਕਸ਼ਨ ਦੇਣੀ ਪੈਣੀ ਆ, ਤੇ ਮੋਮੈਂਟਮ ਦੀ ਡਾਇਰੈਕਸ਼ਨ ਕਿਹੜੀ ਹੋਏਗੀ, ਮੋਮੈਂਟਮ ਦੀ ਡਾਇਰੈਕਸ਼ਨ ਹਮੇਸ਼ਾ ਫੋਰਸ ਵਾਲੀ ਡਾਇਰੈਕਸ਼ਨ ਹੋਏਗੀ। ਹੁਣ ਦੇਖੋ ਮੈਂ ਕਹਾਂ ਕਿ ਇੱਥੇ ਇੱਕ ਕਾਰ ਆ, ਇਹ ਰੈਸਟ ਤੇ ਆ, ਇਹਦੀ ਸਟਾਰਟਿੰਗ ਵਾਲੀ ਸਪੀਡ 0 ਵਾ, ਤੇ ਤੁਸੀਂ ਕੀ ਕੀਤਾ, ਤੁਸੀਂ ਇਹਦੇ ਤੇ ਆਣ ਕੇ ਧੱਕਾ ਲਗਾਇਆ, ਇਧਰੋਂ ਫੋਰਸ ਲਗਾਈ 5 ਨਿਊਟਨ। ਪਹਿਲਾਂ ਕੀ ਸੀ, ਇਹਦਾ ਮੋਮੈਂਟਮ 0 ਹੈ ਕਿਉਂਕਿ ਇਹਦੀ ਸਪੀਡ ਜਿਹੜੀ ਆ ਉਹ 0। ਅਸੀਂ ਕਿਹਾ ਇਹਦਾ ਮਾਸ ਮੰਨ ਲਓ ਕਾਰ ਦਾ 20। ਹੁਣ ਪਹਿਲਾ ਮੋਮੈਂਟਮ ਕਿੰਨਾ, ਇਨੀਸ਼ੀਅਲ 20 ਮਾਸ ਤੇ ਸਪੀਡ 0, ਮੋਮੈਂਟਮ 0 ਆ। ਬਾਅਦ ਵਿੱਚ ਤੁਸੀਂ ਕੀ ਕੀਤਾ, ਇੱਥੇ ਫੋਰਸ ਲਗਾਤੀ, ਫੋਰਸ ਲਾਉਣ ਨਾਲ ਕੀ ਹੋਇਆ, ਇਹ ਬੋਡੀ ਮੂਵ ਕਰਨ ਡੈ ਪਈ, ਤੇ ਇਹਦੀ ਵੈਲੋਸਿਟੀ ਕਿੰਨੀ ਹੋ ਗਈ, ਮੰਨ ਲਓ 10 ਹੋ ਗਈ, ਮਾਸ ਕਿੰਨਾ ਸੀ 20 ਰਹਿ ਗਿਆ। ਹੁਣ ਫਾਈਨਲ ਮੋਮੈਂਟਮ ਕਿੰਨਾ ਵਾ, 20 × 10 200। ਹੁਣ ਮੋਮੈਂਟਮ ਚੇਂਜ ਹੋ ਗਿਆ, ਮੋਮੈਂਟਮ ਕਿੱਧਰ ਨੂੰ ਚੇਂਜ ਹੋਇਆ, ਮੋਮੈਂਟਮ ਇੱਧਰ ਨੂੰ ਚੇਂਜ ਹੋਇਆ, ਕਿਉਂਕਿ ਫੋਰਸ ਵੀ ਇੱਧਰ ਨੂੰ ਲੱਗੀ ਆ, ਮੋਮੈਂਟਮ ਵੀ ਇੱਧਰ ਨੂੰ ਚੇਂਜ ਹੋ ਗਿਆ। ਸੋ ਇਹ ਇੱਕ ਵੈਕਟਰ ਕੁਆਂਟਿਟੀ ਹੈ ਮੋਮੈਂਟਮ। ਜੇ ਸਾਨੂੰ ਪੁੱਛਿਆ ਜਾਵੇਗਾ ਨਾ ਕਿ ਇਸ ਕਾਰ ਦਾ ਮੋਮੈਂਟਮ ਦੀ ਡਾਇਰੈਕਸ਼ਨ ਕੀ ਆ, ਇਸ ਕਾਰ ਦੇ ਮੋਮੈਂਟਮ ਦੀ ਡਾਇਰੈਕਸ਼ਨ ਇੱਧਰ ਨੂੰ ਆ, ਜਿੱਧਰ ਨੂੰ ਇਹਦੀ ਸਪੀਡ ਵੱਧਦੀ ਪਈ ਆ। ਸੋ ਇਹ ਮੋਮੈਂਟਮ ਆ, ਤੇ ਨਿਊਟਨ ਦੇ ਸੈਕੰਡ ਲਾ ਦੇ ਵਿੱਚ ਸਾਨੂੰ ਇਹੀ ਗੱਲ ਕਹੀ ਗਈ ਆ ਕਿ ਫੋਰਸ ਜਿਹੜੀ ਆ ਉਹ mv - mu/t ਆਪਾਂ ਇਦਾਂ ਕੈਲਕੂਲੇਟ ਕਰ ਸਕਦੇ ਹਾਂ। ਹੁਣ ਇਹਨਾਂ ਦੋਵਾਂ 'ਚ m ਬਾਹਰ ਕੱਢ ਲੈਂਦੇ ਆ, mv - u/t। ਹੁਣ ਦੇਖੋ v - u/t ਕੀ ਆ, ਐਕਸਲਰੇਸ਼ਨ ਆ, ਪਿਛਲੇ ਚੈਪਟਰ 'ਚ ਪੜਿਆ। v ਕੀ ਆ, ਫਾਈਨਲ ਵੈਲੋਸਿਟੀ ਮਾਈਨਸ ਇਨੀਸ਼ੀਅਲ ਵੈਲੋਸਿਟੀ ਅਪੋਨ ਟਾਈਮ ਟੇਕਨ। ਆਪਾਂ ਇਹਨੂੰ ਲਿਖ ਲਿਆ f ਇਜ਼ ਐਕਸਲਰੇਸ਼ਨ, ਲਿਖ ਲਿਆ ਇਹਨੂੰ, ਇਹ ਚੀਜ਼ ਕੀ ਆ, ਐਕਸਲਰੇਸ਼ਨ ਆ, ਇੱਥੇ ਮਾਈਨਸ ਨਹੀਂ ਆ, ਵੈਸੇ ਪੈ ਗਿਆ, ਇਹ ਕੀ ਆ, v - u/t। ਇਹ ਫੋਰਸ ਇਨਟੂ ਐਕਸਲਰੇਸ਼ਨ ਬਣ ਗਿਆ। ਹੁਣ ਦੇਖੋ ਇੱਥੇ ਆਪਾਂ ਇਹਨੂੰ ਬੇਸ਼ੱਕ ਇਦਾਂ ਲਿਖਦੇ ਆ, f = ma ਲਿਖਦੇ ਆ, ਮਤਲਬ ਮੈਂ ਪ੍ਰਪੋਰਸ਼ਨਲ ਦਾ ਸਾਈਨ ਇੱਥੇ ਇਕੁਅਲ ਦੇ ਸਾਈਨ ਦੇ ਵਿੱਚ ਬਦਲਤਾ। ਮੈਂ ਫਿਰ ਕਹਿ ਰਿਹਾ ਵਾਂ ਕਿ ਇਹ ਸਾਈਨ ਇਦਾਂ ਡਾਇਰੈਕਟਲੀ ਨਹੀਂ ਬਦਲਿਆ ਜਾਂਦਾ, ਇਹਦਾ ਕੋਈ ਪ੍ਰੋਸੈਸ ਆ, ਪਰ ਆਪਾਂ ਇੱਥੇ ਉਹ ਡਿਸਕਸ ਨਹੀਂ ਕਰ ਰਹੇ। ਆਪਾਂ ਸਿਰਫ ਅਜੇ ਸਿੰਪਲ ਪੜ੍ਹ ਰਹੇ ਹਾਂ ਇਹਨੂੰ ਕਿ ਫੋਰਸ ਦਾ ਸਾਡੇ ਕੋਲੋਂ ਕੀ ਫਾਰਮੂਲਾ ਬਣ ਗਿਆ, ma। ਮਤਲਬ ਸਾਡੇ ਕੋਲੋਂ ਆ ਇੱਕ ਫਾਰਮੂਲਾ ਬਣ ਗਿਆ ਫੋਰਸ ਨੂੰ ਕੈਲਕੂਲੇਟ ਕਰਨ ਦਾ, ਕਿ ਅੱਜ ਤੋਂ ਬਾਅਦ ਚ ਫੋਰਸ ਨੂੰ ਅਸੀਂ ਕਿਵੇਂ ਕੈਲਕੂਲੇਟ ਕਰਾਂਗੇ, ਮਾਸ ਇਨਟੂ ਐਕਸਲਰੇਸ਼ਨ। ਤੇ ਅਸੀਂ ਐਕਸਲਰੇਸ਼ਨ ਵੀ ਕੱਢ ਸਕਦੇ ਹਾਂ, ਐਕਸਲਰੇਸ਼ਨ ਇਦਾਂ ਕੱਢ ਲਿਆ ਕਰਾਂਗੇ ਫੋਰਸ ਬਟਾ m ਕਰਕੇ, ਕਿਉਂਕਿ ਮੈਥਮੈਟਿਕਲੀ ਸਾਨੂੰ ਇਹ ਚੀਜ਼ ਅਲਾਉ ਕਰਦੀ ਆ। ਤੇ ਆਪਾਂ ਫੋਰਸ ਦਾ ਫਾਰਮੂਲਾ ਇਹਦਾ ਯੂਨਿਟ ਬਣਾਉਂਦੇ ਆ, ਯੂਨਿਟ ਫੋਰਸ ਮਾਸ ਦਾ ਯੂਨਿਟ ਕੀ ਹੁੰਦਾ, SI kg। ਐਕਸਲਰੇਸ਼ਨ ਦਾ SI ਯੂਨਿਟ ਕੀ ਆ, ਮੀਟਰ ਪਰ ਸੈਕਿੰਡ ਸਕੁਅਰ। ਤੇ ਅਸੀਂ ਫੋਰਸ ਦਾ ਯੂਨਿਟ ਲਿਖਦੇ ਆ kg ਮੀਟਰ ਪਰ ਸੈਕਿੰਡ ਸਕੁਅਰ। ਹੁਣ ਦੇਖੋ ਇਹ ਯੂਨਿਟ ਬਣ ਜਾਂਦਾ ਲੰਮਾ, ਆਪਾਂ ਇਹਨੂੰ ਛੋਟਾ ਕਰਕੇ ਕੀ ਲਿਖ ਦਿੰਦੇ ਆ, ਨਿਊਟਨ। ਮਤਲਬ ਨਿਊਟਨ ਕੀ ਆ, ਨਿਊਟਨ kg ਮੀਟਰ ਪਰ ਸੈਕਿੰਡ ਸਕੁਅਰ। ਮਤਲਬ ਤੁਸੀਂ kg ਮੀਟਰ ਪਰ ਸੈਕਿੰਡ ਸਕੁਅਰ ਨਹੀਂ ਲਿਖਣਾ ਤੇ ਨਿਊਟਨ ਲਿਖ ਦਿਓ। ਮਤਲਬ ਆਪਾਂ ਇੱਕ ਸਾਇੰਟਿਸਟ ਨੂੰ ਆਨਰ ਦੇਣ ਵਾਸਤੇ ਨਿਊਟਨ ਲਿਖ ਲਿਆ ਵਾ, kg ਮੀਟਰ ਪਰ ਸੈਕਿੰਡ ਸਕੁਅਰ ਆਪਾਂ ਨਹੀਂ ਲਿਖਿਆ, ਨਿਊਟਨ। ਹੁਣ ਜੇ ਇਹਦਾ ਆਪਾਂ ਛੋਟਾ ਯੂਨਿਟ ਕਹੀਏ, ਇਹ SI ਯੂਨਿਟ ਆ, ਤੇ ਇਹਦਾ ਛੋਟਾ ਯੂਨਿਟ CGS ਯੂਨਿਟ ਹੁੰਦਾ। ਉਹ ਕੀ ਹੋਏਗਾ, CGS ਯੂਨਿਟ। ਮਾਸ ਦਾ ਛੋਟਾ ਯੂਨਿਟ ਕੀ ਆ, ਗ੍ਰਾਮ। ਤੇ ਐਕਸਲਰੇਸ਼ਨ ਦਾ ਕੀ ਆ, ਮੀਟਰ ਦਾ ਬਣੇਗਾ ਸੈਂਟੀਮੀਟਰ, ਤੇ ਸੈਕਿੰਡ ਦਾ ਸੈਕਿੰਡ ਹੀ ਰਹੇਗਾ। ਇਹ ਕੀ ਬਣਿਆ, ਗ੍ਰਾਮ ਸੈਂਟੀਮੀਟਰ ਸੈਕਿੰਡ ਸਕੁਅਰ। ਇਹਨੂੰ ਆਪਾਂ ਬੋਲਦੇ ਆ ਡਾਈਨ। ਇਹ ਕੀ ਆ, ਫੋਰਸ ਦਾ ਯੂਨਿਟ ਆ। ਫੋਰਸ ਇਹ ਕਾਦੇ ਵਿੱਚ ਮਾਪਦੇ ਆ, ਜਾਂ ਨਿਊਟਨ 'ਚ ਮਾਪਦੇ ਆ ਜਾਂ ਡਾਈਨ ਦੇ ਵਿੱਚ ਮਾਪਦੇ ਆ। ਇਹ ਚੀਜ਼ ਹਮੇਸ਼ਾ ਯਾਦ ਰੱਖਣੀ ਆ। ਜਿੱਦਾਂ ਅਸੀਂ ਕਹਿੰਦੇ ਨਾ
कि लेंथ असी किलोमीटर च भी माप लैंदे आ ते मीटर च भी माप लैंदे आ। उदां असी न्यूटन ते डाइन यूनिट आ, न्यूटन साडा सही यूनिट आ, मतलब साडा स्टैंडर्ड यूनिट आ फोर्स नूं कैलकुलेट करन दा। सो ये साडा न्यूटन दा सैकेंड ला वा। हुण देखो यूनिट असी फोर्स दा बना लिया, इथों असी डेफिनेशन ऑफ 1 न्यूटन भी बना सकते हैं। 1 न्यूटन की आ, देखो आपां क्या कि फोर्स इज इक्वल टू एम ए। ਆਪਾਂ ਜੇਕਰ ਕਹੀਏ ਕਿ ਇਹ ਬੋਡੀ ਆ, ਇਸ ਬੋਡੀ ਦਾ ਵਜ਼ਨ ਕਿੰਨਾ ਵਾ 1 kg, ਐਕਸਲਰੇਸ਼ਨ ਕਿੰਨੀ ਆ ਇਹਦੇ ਤੇ, ਐਕਸਲਰੇਸ਼ਨ ਹੈਗੀ ਆ 1 ਮੀਟਰ ਪਰ ਸੈਕਿੰਡ ਸਕੁਅਰ। ਐਕਸਲਰੇਸ਼ਨ 1 ਮੀਟਰ ਪਰ ਸੈਕਿੰਡ ਸਕੁਅਰ ਦਾ ਕੀ ਮਤਲਬ ਆ, ਅਸੀਂ ਪਿਛਲੇ ਚੈਪਟਰ ਦੇ ਵਿੱਚ ਪੜਿਆ। ਐਕਸਲਰੇਸ਼ਨ 1 ਮੀਟਰ ਪਰ ਸੈਕਿੰਡ ਸਕੁਅਰ ਦਾ ਮਤਲਬ ਆ ਕਿ ਪ੍ਰਤੀ ਸੈਕਿੰਡ, ਹਰੇਕ 1 ਸੈਕਿੰਡ ਦੇ ਵਿੱਚ ਇਸ ਬੋਡੀ ਦੀ ਵੈਲੋਸਿਟੀ 1 ਮੀਟਰ ਪਰ ਸੈਕਿੰਡ ਵੱਧ ਰਹੀ ਆ। ਦੇਖੋ ਜਿਵੇਂ ਆਪਾਂ ਇਹ ਗੱਲ ਕਹੀਏ ਕਿ ਇਹ ਬੋਡੀ ਆ, ਇਹ ਰੈਸਟ ਦੇ ਉੱਪਰ ਆ, 1 ਸੈਕਿੰਡ ਬਾਅਦ ਦੇਖਿਆ ਇਹਦੀ ਵੈਲੋਸਿਟੀ ਕਿੰਨੀ ਹੋ ਜਾਣੀ ਆ, u1 ਹੋ ਜਾਣੀ ਆ, 1 ਮੀਟਰ ਪਰ ਸੈਕਿੰਡ। ਹੁਣ 2 ਸੈਕਿੰਡ ਬਾਅਦ ਦੇਖਿਆ ਇਹਦੀ ਵੈਲੋਸਿਟੀ ਕਿੰਨੀ ਹੋ ਜਾਣੀ ਆ, u2 ਮੀਟਰ ਪਰ ਸੈਕਿੰਡ। 5 ਸਕਿੰਟਾਂ ਬਾਅਦ 5 ਮੀਟਰ ਪਰ ਸੈਕਿੰਡ, 6 ਸਕਿੰਟਾਂ ਬਾਅਦ 6 ਮੀਟਰ ਪਰ ਸੈਕਿੰਡ। ਤੇ ਪ੍ਰਤੀ ਸੈਕਿੰਡ ਦੇ ਵਿੱਚ ਇਸ ਬੋਡੀ ਦੀ ਕਿੰਨੀ ਵੈਲੋਸਿਟੀ ਵੱਧ ਰਹੀ ਆ, 1 ਮੀਟਰ ਪਰ ਸੈਕਿੰਡ। ਹੁਣ ਆਪਾਂ ਇਹਦੀ ਐਕਸਲਰੇਸ਼ਨ ਕਿੰਨੀ ਕਵਾਂਗੇ, 1 ਮੀਟਰ ਪਰ ਸੈਕਿੰਡ ਸਕੁਅਰ ਐਕਸਲਰੇਸ਼ਨ ਕਵਾਂਗੇ। ਹੁਣ ਦੇਖੋ ਤੇ ਜੇ ਮੈਨੂੰ ਕਿਹਾ ਜਾਵੇ ਇਹਦੇ ਤੇ ਫੋਰਸ ਕਿੰਨੀ ਲੱਗੀ, मतलब कि ਇਹਦਾ ਮਾਸ ਇੱਥੇ ਦੁਬਾਰਾ ਬਣਾ ਲੈਂਦੇ ਕਿ ਇਹਦਾ ਮਾਸ ਕਿੰਨਾ ਸੀ 1 kg ਤੇ ਇਹਦੇ ਤੇ ਐਕਸਲਰੇਸ਼ਨ ਕਿੰਨੀ ਆ 1 ਮੀਟਰ ਪਰ ਸੈਕਿੰਡ ਸਕੁਅਰ। ਫੋਰਸ ਦਾ ਫਾਰਮੂਲਾ ਲਗਾਈਏ, ਮਾਸ 1 kg ਤੇ ਐਕਸਲਰੇਸ਼ਨ 1 ਮੀਟਰ ਪਰ ਸੈਕਿੰਡ ਸਕੁਅਰ। 1 ਨਾਲ 1 ਗੁਣਾ ਕੀਤਾ 1 ਆਇਆ, ਅੱਗੇ kg ਮੀਟਰ ਪਰ ਸੈਕਿੰਡ ਸਕੁਅਰ। ਤੇ ਅਸੀਂ ਹੁਣੇ ਪੜਿਆ ਕਿ kg ਪਰ ਮੀਟਰ ਸਕੁਅਰ ਨੂੰ ਕੀ ਕਹਿਣਾ, kg मीटर पर सेकंड स्क्वायर ਨੂੰ ਕੀ ਕਹਿਣਾ 1 ਨਿਊਟਨ, ਜਾਂ ਇਦਾਂ ਲਿਖ ਲਓ ਜਾਂ ਇਦਾਂ ਲਿਖ ਲਓ। ਹੁਣ ਇਹ 1 ਨਿਊਟਨ ਬਣ ਗਿਆ। ਹੁਣ ਆਪਾਂ 1 ਨਿਊਟਨ ਦੀ ਡੈਫੀਨੇਸ਼ਨ ਬਣਾਉਂਦੇ ਆ। ਆਪਾਂ ਡੈਫੀਨੇਸ਼ਨ ਬਣਾਉਂਦੇ ਆ ਇਹ ਗੱਲ ਕਿ ਜੇਕਰ 1 kg ਦੀ ਬੋਡੀ ਉੱਪਰ ਫੋਰਸ ਲੱਗੇ ਤੇ ਉਹ ਐਕਸਲਰੇਸ਼ਨ 1 ਮੀਟਰ ਪਰ ਸੈਕਿੰਡ ਸਕੁਅਰ ਪ੍ਰਾਪਤ ਕਰ ਲੇ ਤਾਂ ਲੱਗਣ ਵਾਲੀ ਫੋਰਸ ਕਿੰਨੀ ਹੋਏਗੀ 1 ਨਿਊਟਨ। ਹੁਣ 1 ਨਿਊਟਨ ਨੂੰ ਕੈਲਕੂਲੇਟ ਕਰ ਲਿਆ ਕਿ 1 ਨਿਊਟਨ ਫੋਰਸ ਕਿੰਨੀ ਕੁ ਹੋਏਗੀ। 1 ਨਿਊਟਨ ਫੋਰਸ ਓਨੀ ਹੋਏਗੀ ਜੇਕਰ ਅਸੀਂ ਕਹੀਏ ਕਿ 1 ਕਿਲੋਗ੍ਰਾਮ ਦੀ ਬੋਡੀ 1 ਮੀਟਰ ਪਰ ਸੈਕਿੰਡ ਸਕੁਅਰ ਦੀ ਐਕਸਲਰੇਸ਼ਨ ਪ੍ਰਾਪਤ ਕਰ ਲੇ ਤੇ ਲੱਗਣ ਵਾਲੀ ਜਿੰਨੀ ਵੀ ਫੋਰਸ ਵਾ ਉਹ ਕੀ ਆ 1 ਨਿਊਟਨ ਆ। ਜਾਂ ਮੈਂ ਇਹਨੂੰ ਇਦਾਂ ਕਹਾਂ ਇਹ ਓਨੀ ਫੋਰਸ ਵਾ ਕਿ ਜਦੋਂ ਅਸੀਂ 1 ਕਿਲੋਗ੍ਰਾਮ ਦੀ ਬੋਡੀ ਤੇ ਲਾਉਂਦੇ ਆ ਤੇ ਉਹਦੀ ਐਕਸਲਰੇਸ਼ਨ 1 ਮੀਟਰ ਪਰ ਸੈਕਿੰਡ ਸਕੁਅਰ ਹੋ ਜੇ। ਹੁਣ ਜਿੰਨੀ ਤੁਸੀਂ ਫੋਰਸ ਲਾਈ ਆ ਨਾ ਉਹਦੇ ਤੇ 1 ਕਿਲੋ ਦੀ ਬੋਡੀ ਤੇ ਉਹ ਕਿੰਨੀ ਆ, ਉਹ 1 ਨਿਊਟਨ ਫੋਰਸ ਆ। ਇਸ ਤਰੀਕੇ ਨਾਲ ਅਸੀਂ ਕੀ ਆ ਡੈਫੀਨੇਸ਼ਨ ਬਣਾਉਂਦੇ ਆ। ਤੇ ਇੰਗਲਿਸ਼ ਵਿੱਚ ਕੀ ਕਵਾਂਗੇ, ਫੋਰਸ ਵਿਚ ਇਜ਼ ਐਕਟਿੰਗ ਔਨ ਦਾ ਬੋਡੀ ਆਫ ਮਾਸ 1 kg ਪ੍ਰੋਡਿਊਸ ਐਨ ਐਕਸਲਰੇਸ਼ਨ 1 ਮੀਟਰ ਪਰ ਸੈਕਿੰਡ ਸਕੁਅਰ ਐਂਡ ਦੈਟ ਅਮਾਊਂਟ ਆਫ ਫੋਰਸ ਇਜ਼ ਨੋਨ ਐਸ 1 ਨਿਊਟਨ ਫੋਰਸ। ਅਸੀਂ ਇਸ ਤਰੀਕੇ ਨਾਲ ਵੀ ਕਹਿ ਦਿੰਦੇ ਆ। ਸੋ ਇਹ ਸਾਡੀ ਫੋਰਸ ਆ। ਹੁਣ ਨਿਊਟਨ ਦੇ ਸੈਕਿੰਡ ਲਾ ਦੇ ਵਿੱਚ ਸਾਡੇ ਕੋਲੋਂ ਬਹੁਤ ਸਾਰੀਆਂ ਐਗਜ਼ਾਮਪਲਸ ਆ ਜਿਹੜੀਆਂ ਅਸੀਂ ਡਿਸਕਸ ਕਰ ਲੈਂਦੇ ਆ। ਇੱਥੇ ਐਗਜ਼ਾਮਪਲ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਐਗਜ਼ਾਮਪਲ ਲੈਂਦੇ ਆ ਕਿ ਜਦੋਂ ਇੱਕ ਕ੍ਰਿਕਟ ਪਲੇਅਰ ਬਾਲ ਨੂੰ ਕੈਚ ਕਰਦਾ ਵਾ ਤੇ ਕੈਚ ਕਰਦਿਆਂ ਉਹ ਕੀ ਆ ਆਪਣੇ ਹੱਥਾਂ ਨੂੰ ਨੀਚੇ ਲੈ ਕੇ ਜਾਂਦਾ ਵਾ। ਮਤਲਬ ਜਦੋਂ ਬਾਲ ਉਹਦੇ ਹੱਥਾਂ 'ਚ ਆਉਂਦੀ ਆ ਨਾ ਉਹ ਥੋੜਾ ਕੀ ਕਰਦਾ ਆਪਣੇ ਹੱਥਾਂ ਨੂੰ ਨੀਚੇ ਲੈ ਜਾਂਦਾ ਵਾ। ਹੁਣ ਦੇਖੋ ਇਹਦਾ ਕਾਰਨ ਕੀ ਆ, ਨਿਊਟਨ ਦਾ ਸੈਕਿੰਡ ਲਾ ਸਾਨੂੰ ਕੀ ਕਹਿੰਦਾ mv - mu/t। ਹੁਣ ਜਦੋਂ ਅਸੀਂ ਕਹਿੰਦੇ ਆ ਕਿ ਮੰਨ ਲਓ ਇਹ ਕੀ ਹੈ ਇੱਥੇ ਹੱਥ ਵਾ ਕਿਸੇ ਦਾ, ਤੁਸੀਂ ਚੰਗੇ ਤਰੀਕੇ ਨਾਲ ਬਣਾ ਲਓ। ਇਹਦੇ ਵਿੱਚ ਕੀ ਆ ਇੱਕ ਬਾਲ ਆ ਗਈ। ਜਦੋਂ ਬਾਲ ਉੱਪਰੋਂ ਡਿੱਗਦੀ ਆ ਨਾ ਹੱਥਾਂ ਦੇ ਵਿੱਚ, ਇੱਧਰੋਂ ਕੋਈ ਆਪਾਂ ਦੂਸਰਾ ਹੱਥ ਬਣਾ ਲੈਂਦੇ ਆ ਤੇ ਇਹ ਕੀ ਕਰਦਾ ਵਾ ਹੌਲੀ ਹੌਲੀ ਹੱਥਾਂ ਨੂੰ ਨੀਚੇ ਲੈ ਕੇ ਆਉਂਦਾ ਵਾ। ਉਹਦਾ ਕਾਰਨ ਕੀ ਆ,
ਉਹਦਾ ਕਾਰਨ ਅਸੀਂ ਨਿਊਟਨ ਦੇ ਲਾ ਦੇ ਵਿੱਚੋਂ ਸਿੱਖਦੇ ਹਾਂ, ਨਿਊਟਨ ਦੇ ਨਿਯਮ ਚੋਂ ਸਿੱਖਦੇ ਹਾਂ। ਹੁਣ ਦੇਖੋ ਜਦੋਂ ਉੱਪਰੋਂ ਬੋਲ ਆ ਰਹੀ ਆ ਤੇ ਬੋਲ ਦੀ ਕੀ ਆ, ਕੋਈ ਵੈਲੋਸਿਟੀ ਆ, ਤੇ ਤੁਸੀਂ ਜੇਕਰ ਸਿੱਧਾ ਹੱਥ ਡਾ ਦੋਗੇ ਨੀਚੇ ਤੇ ਵੈਲੋਸਿਟੀ ਕਿੰਨੀ ਹੋਣੀ ਆ, u0 ਹੋਣੀ ਆ। ਹੁਣ ਇਹਦਾ ਕਿੰਨਾ ਮੋਮੈਂਟਮ ਚੇਂਜ ਹੋਇਆ, ਮਤਲਬ ਉੱਪਰ ਕੋਈ ਵੈਲੋਸਿਟੀ ਸੀ, ਮੰਨ ਲਓ v ਸੀ, ਜਦੋਂ ਇੱਕਦਮ ਹੱਥ ਨੀਚੇ ਡਾ ਤੇ ਉਹਨਾਂ ਨੇ ਪੂਰੇ ਜ਼ੋਰ ਨਾਲ ਬੋਲ ਨੇ ਇਸ ਤਰੀਕੇ ਨਾਲ ਹੱਥ ਤੇ ਵੱਜਣਾ, ਹੱਥ ਤੇ ਕੀ ਆ, ਸੱਟ ਲੱਗਣੀ ਆ, ਜ਼ੋਰ ਲੱਗਣਾ ਵਾ। ਕਿਉਂ ਜ਼ੋਰ ਲੱਗਾ, ਕਿਉਂਕਿ ਇਸ ਬੋਲ ਦਾ ਮੋਮੈਂਟਮ ਜਿਹੜਾ ਵਾ ਇੱਕਦਮ 0 ਹੋ ਗਿਆ। ਪਹਿਲਾਂ ਕਿੰਨਾ ਮੋਮੈਂਟਮ ਸੀ, ਉਹਦਾ ਮਾਸ ਤੇ ਵੈਲੋਸਿਟੀ, ਤੇ ਬਾਅਦ ਵਿੱਚ ਕੀ ਆ, ਬਾਅਦ ਵਿੱਚ ਵੈਲੋਸਿਟੀ ਕੀ ਹੋ ਗਈ, 0, ਮੋਮੈਂਟਮ 0 ਹੋ ਗਿਆ। ਪਹਿਲਾਂ ਮੋਮੈਂਟਮ ਸੀ, ਕੋਈ ਨਾ ਕੋਈ ਮੋਮੈਂਟਮ ਸੀ। ਹੁਣ ਦੇਖੋ ਜਿਹੜਾ ਮੋਮੈਂਟਮ ਦਾ ਚੇਂਜ ਹੋਣਾ ਵਾ ਉਹ ਕਿਤੇ ਡਿਪੈਂਡ ਕਰਦਾ, ਫੋਰਸ ਤੇ ਡਿਪੈਂਡ ਕਰਦਾ। ਸਾਨੂੰ ਪਤਾ ਫੋਰਸ, ਜੇਕਰ ਮੋਮੈਂਟਮ ਇੱਕਦਮ ਚੇਂਜ ਕਰੋਗੇ, ਸਿੱਧਾ ਹੱਥ ਦਿਓਗੇ ਥੱਲੇ ਤੇ ਜ਼ਿਆਦਾ ਫੋਰਸ ਲੱਗੇਗੀ, ਕਿਉਂਕਿ ਇੱਥੋਂ ਪਤਾ ਲੱਗਦਾ ਪਿਆ ਵਾ ਕਿ ਮੋਮੈਂਟਮ ਦਾ ਚੇਂਜ ਹੋਣਾ ਫੋਰਸ ਤੇ ਡਿਪੈਂਡ ਕਰਦਾ। ਤੇ ਜੇ ਮੋਮੈਂਟਮ ਇੱਕਦਮ ਹੀ ਚੇਂਜ ਹੋ ਗਿਆ, ਇੱਕਦਮ ਚੇਂਜ ਕਿੱਦਾਂ ਹੋ ਗਿਆ, ਮਤਲਬ ਉੱਪਰ ਕੋਈ ਮੋਮੈਂਟਮ ਹੀ, ਨੀਚੇ 0 ਹੀ ਹੋ ਗਿਆ, ਤੇ ਸਾਨੂੰ ਜ਼ਿਆਦਾ ਫੋਰਸ ਲੱਗੇਗੀ। ਤੇ ਹੁਣ ਪਰ ਜੇਕਰ ਅਸੀਂ ਬੋਲ ਨੂੰ ਫੜਦੇ ਆਪਣੇ ਹੱਥ ਨੀਚੇ ਲੈ ਕੇ ਆਵਾਂਗੇ ਨਾ, ਉਹਦਾ ਕਾਰਨ ਕੀ ਆ ਕਿ ਜਦੋਂ ਆਪਾਂ ਬੋਲ ਨੂੰ ਫੜਿਆ ਮੰਨ ਲਓ ਉਦੋਂ ਵੈਲੋਸਿਟੀ v ਸੀ, ਆਪਾਂ ਕੀ ਕਰਦੇ ਪਏ ਆ, ਆਪਣੇ ਹੱਥ ਨਾਲ ਨੀਚੇ ਲੈ ਕੇ ਆਉਂਦੇ ਪਏ ਆ, ਤੇ ਇੱਥੇ ਆਣ ਕੇ ਉਹਦੀ ਵੈਲੋਸਿਟੀ ਕੀ ਕਰ ਲਈ, 0 ਕਰ ਲਈ, ਮਤਲਬ ਉਹਨੂੰ ਟਾਈਮ ਦੇਤਾ। ਨੀਚੇ ਹੌਲੀ ਹੌਲੀ ਇੱਦਾਂ ਬੋਲ ਨੂੰ ਫੜਿਆ, ਹੌਲੀ ਹੌਲੀ ਨੀਚੇ ਲੈ ਕੇ ਆਏ, ਉਹਦਾ ਕਾਰਨ ਕੀ ਬਣਿਆ ਕਿ ਅਸੀਂ ਵੈਲੋਸਿਟੀ ਨੂੰ ਚੇਂਜ ਹੋਣ ਦੇ ਵਿੱਚ ਟਾਈਮ ਦਿੱਤਾ। ਹੁਣ ਕੀ ਆ, ਟਾਈਮ ਵੱਧ ਗਿਆ, ਤੇ ਜੇਕਰ ਟਾਈਮ ਵੱਧ ਜਾਏਗਾ ਤੇ ਫੋਰਸ ਘੱਟ ਲੱਗੇਗੀ। ਤੇ ਸਾਨੂੰ ਪਤਾ ਏ ਕਿ ਇਹ ਨਿਯਮ ਕਹਿੰਦਾ ਏ ਕਿ ਜੇਕਰ ਟਾਈਮ ਵੱਧ ਲੱਗੇਗਾ ਮੋਮੈਂਟਮ ਚੇਂਜ ਹੋਣ 'ਚ, ਜਿਵੇਂ ਇੱਥੇ ਵੱਧ ਲੱਗਾ, ਮਤਲਬ ਤੁਸੀਂ ਬੋਲ ਨੂੰ ਹੌਲੀ ਹੌਲੀ ਨੀਚੇ ਲੈ ਕੇ ਆਏ, ਫਿਰ ਉਹਦੀ ਵੈਲੋਸਿਟੀ 0 ਹੋਈ, ਟਾਈਮ ਵੱਧ ਲੱਗਾ ਤੇ ਫੋਰਸ ਘੱਟ ਲੱਗੇਗੀ। ਸੋ ਅਸੀਂ ਸੈਕਿੰਡ ਲਾ ਤੋਂ ਇਹਨੂੰ ਸਮਝਦੇ ਹਾਂ। ਹੁਣ ਦੇਖੋ ਦੂਸਰੀ ਐਗਜ਼ਾਮਪਲ ਲੈਂਦੇ ਹਾਂ ਕਿ ਇੱਕ ਬੰਦਾ ਇੱਥੇ ਕਿਸੇ ਬਿਲਡਿੰਗ ਦੇ ਉੱਪਰ ਖੜਾ ਵਾ ਤੇ ਇਹਨੇ ਨੀਚੇ ਛਾਲ ਮਾਰਨੀ ਆ, ਇੱਦਾਂ ਛਾਲ ਮਾਰੀ ਥੱਲੇ, ਜਦੋਂ ਇਹ ਉੱਪਰੋਂ ਆ ਰਿਹਾ ਵਾ ਇਹਦੀ ਕੋਈ ਵੈਲੋਸਿਟੀ ਬਣ ਜਾਣੀ ਮੰਨ ਲਓ v, ਤੇ ਥੱਲੇ ਆਣ ਕੇ ਵੈਲੋਸਿਟੀ 0 ਹੋਣੀ ਆ, ਇੱਥੇ ਆਣ ਕੇ ਵੈਲੋਸਿਟੀ 0 ਹੋ ਜਾਣੀ। ਇਹਦਾ ਮਤਲਬ ਜਦੋਂ ਬੰਦਾ ਉੱਪਰੋਂ ਆ ਰਿਹਾ ਵਾ ਉਹਦਾ ਕੋਈ ਮੋਮੈਂਟਮ ਆ, ਉਹਦੇ ਕੋਲੋਂ ਮਾਸ ਤੇ ਵੈਲੋਸਿਟੀ ਹੈਗੀ ਆ, ਪਰ ਜਦੋਂ ਉਹਨੇ ਨੀਚੇ ਆਣ ਕੇ ਡਿੱਗਣਾ ਵਾ ਉਹਦੀ ਵੈਲੋਸਿਟੀ ਕੀ ਆ, 0 ਹੋ ਜਾਣੀ ਆ, ਮੋਮੈਂਟਮ ਚੇਂਜ ਹੋ ਜਾਣਾ ਉਹਦਾ। ਤੇ ਜੇ ਮੋਮੈਂਟਮ ਚੇਂਜ ਹੋ ਗਿਆ, ਇਹਦਾ ਮਤਲਬ ਮੋਮੈਂਟਮ ਦਾ ਚੇਂਜ ਹੋਣਾ ਕਿਤੇ ਡਿਪੈਂਡ ਕਰਦਾ, ਸਾਨੂੰ ਪਤਾ ਫੋਰਸ ਤੇ ਡਿਪੈਂਡ ਕਰਦਾ ਮੋਮੈਂਟਮ ਦਾ ਚੇਂਜ ਹੋਣਾ। ਇੱਥੇ ਮੋਮੈਂਟਮ ਕੀ ਆ, ਕਿਸੇ ਮੰਨ ਲਓ ਇੱਥੇ ਤੱਕ ਜਦੋਂ ਉਹ ਹਵਾ ਦੇ ਵਿੱਚ ਆ ਉਹਦਾ ਮੋਮੈਂਟਮ 100, ਇੱਥੇ ਆਣ ਕੇ ਇੱਕਦਮ 0 ਹੋ ਗਿਆ ਕਿ ਪਟਾਕ ਕੇ ਕੀ ਆ, ਉਹ ਸਰਫੇਸ ਤੇ ਵੱਜਾ, ਇੱਕਦਮ ਮੋਮੈਂਟਮ ਚੇਂਜ ਹੋ ਗਿਆ। ਤੇ ਮੋਮੈਂਟਮ ਦਾ ਚੇਂਜ ਹੋਣ ਦੀ ਜਿਹੜੀ ਸਪੀਡ ਆ ਉਹ ਕਿਤੇ ਡਿਪੈਂਡ ਕਰਦੀ ਆ ਫੋਰਸ ਤੇ। ਤੇ ਜੇ ਜਲਦੀ ਮੋਮੈਂਟਮ ਚੇਂਜ ਹੋ ਗਿਆ ਵਾ ਤੇ ਫੋਰਸ ਜ਼ਿਆਦਾ ਲੱਗੇਗੀ, ਫੋਰਸ ਜ਼ਿਆਦਾ ਲੱਗਣ ਦੇ ਨਾਲ ਕੀ ਇਸ ਬੰਦੇ ਦੀਆਂ ਹੱਡੀਆਂ ਟੁੱਟ ਜਾਣਗੀਆਂ। ਪਰ ਜੇਕਰ ਮੈਂ ਗੱਦਾ ਲਗਾ ਦਾਂ ਥੱਲੇ, ਇੱਥੇ ਮੈਂ ਕੀ ਕਰਦਾ ਵਾਂ, ਇੱਕ ਗੱਦਾ ਲਗਾ ਦਿੰਦਾ, ਗੱਦੇ ਨਾਲ ਕੀ ਹੋਏਗਾ, ਪਹਿਲਾਂ ਕੀ ਆ, ਇਹ ਬੰਦਾ ਇੱਥੇ ਡਿੱਗੇਗਾ, ਹੌਲੀ ਹੌਲੀ ਗੱਦਾ ਇਹਨੂੰ ਥੱਲੇ ਲੈ ਕੇ ਜਾਏਗਾ, ਮਤਲਬ ਝੁਕੇਗਾ। ਗੱਦੇ ਦੇ ਥੱਲੇ ਜਾਣ ਨਾਲ ਕੀ ਆ, ਇਹਦੀ ਸਪੀਡ ਹੌਲੀ ਹੌਲੀ ਘਟਦੀ ਜਾਏਗੀ, ਘਟੇਗੀ ਤੇ ਟਾਈਮ ਵੱਧ ਲੱਗੇਗਾ, ਟਾਈਮ ਵੱਧ ਲੱਗੇਗਾ ਤੇ ਫੋਰਸ ਘੱਟ ਲੱਗੇਗੀ, ਤੇ ਸਾਨੂੰ ਪਤਾ ਫੋਰਸ ਘੱਟ ਲੱਗੇਗੀ ਤੇ ਇਹਨੂੰ ਸੱਟ ਵੀ ਘੱਟ ਲੱਗੇਗੀ। ਹੁਣ ਦੇਖੋ ਤੀਸਰੀ ਐਗਜ਼ਾਮਪਲਸ ਆ ਸਾਡੇ ਕੋਲੋਂ ਸ਼ੌਕ ਅਬਜ਼ੋਰਬਰ ਦੇ। ਤੁਸੀਂ ਵੈਸੇ ਪੰਜਾਬੀ 'ਚ ਅਸੀਂ ਸ਼ੌਕਰ ਹੀ ਬੋਲ ਦਿੰਦੇ ਹਾਂ ਜ਼ਿਆਦਾਤਰ, ਸਾਡੀ ਬੋਲਚਾਲ ਦੀ ਭਾਸ਼ਾ ਦੇ ਵਿੱਚ ਇਹੀ ਸ਼ਬਦ ਯੂਜ਼ ਹੁੰਦਾ ਵਾ। ਤੇ ਵੈਸੇ ਹੁੰਦਾ ਕੀ ਆ, ਵਰਡ ਹੁੰਦਾ ਏ ਸ਼ੌਕ ਅਬਜ਼ੋਰਬ ਕਰਨਾ, ਮਤਲਬ ਸ਼ੌਕ ਅਬਜ਼ੋਰਬਰ। ਹੁਣ ਦੇਖੋ ਅਬਜ਼ੋਰਬ ਕਰਨਾ ਮਤਲਬ ਸਮਾ ਲੈਣਾ, ਸੋਖ ਲੈਣਾ, ਕਿਸੇ ਚੀਜ਼ ਨੂੰ ਸੋਖ ਲੈਣਾ। ਸ਼ੌਕ ਦਾ ਮਤਲਬ ਤੁਹਾਨੂੰ ਪਤਾ ਹੀ ਆ, ਝਟਕਾ। ਤੁਸੀਂ ਮੋਟਰਸਾਈਕਲ ਸਕੂਟਰ ਦੇ ਵਿੱਚ ਦੇਖਿਆ ਹੋਏਗਾ ਕਿ ਹੈਂਡਲ ਦੇ ਨੀਚੇ ਇੱਕ ਸ਼ੌਕਰ ਲੱਗਾ ਹੁੰਦਾ, ਆਪਾਂ ਪੰਜਾਬੀ 'ਚ ਸ਼ੌਕਰ ਬੋਲ ਦਿੰਦੇ ਹਾਂ, ਉਹਦੇ ਵਿੱਚ ਸਪਰਿੰਗ ਹੁੰਦਾ ਇੱਦਾਂ। ਹੁਣ ਟਰਾਲੀ ਦੇ ਵਿੱਚ ਨਹੀਂ ਹੁੰਦਾ, ਟਰਾਲੀ ਦੇ ਵਿੱਚ ਬੈਠਦੇ ਆ ਤੇ ਬਹੁਤ ਝਟਕੇ ਲੱਗਦੇ ਆ। ਪਰ ਜੇਕਰ ਅਸੀਂ ਮੋਟਰਸਾਈਕਲ ਜਾਂ ਕਾਰ ਦੇ ਵਿੱਚ ਟਾਇਰਾਂ ਦੇ ਨੀਚੇ ਕੀ ਹੁੰਦਾ ਵਾ, ਇੱਥੇ ਸਪਰਿੰਗ ਲੱਗੇ ਹੁੰਦੇ ਆ। ਤੇ ਵੱਡੀਆਂ ਗੱਡੀਆਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਵਿੱਚ ਇਸ ਤਰੀਕੇ ਨਾਲ ਕਮਾਨੀਆਂ ਹੁੰਦੀਆਂ, ਲੋਹੇ ਦੇ ਐਂਗਲ ਲੱਗੇ ਹੁੰਦੇ ਆ, ਫਿਰ
ਇਹ ਕਮਾਨੀਆਂ ਕੀ ਆ, ਸ਼ੌਕ ਨੂੰ ਚੱਲਦੀਆਂ। ਜਦੋਂ ਨੀਚੇ ਟਾਇਰ ਕਿਸੇ ਚੀਜ਼ 'ਚ ਵੱਜਦਾ ਵਾ, ਜਿਹੜਾ ਝਟਕਾ ਵੱਜਦਾ ਉਹ ਉੱਪਰ ਆਉਣ 'ਚ ਟਾਈਮ ਵਧਾ ਦਿੰਦਾ। ਟਾਈਮ ਵਧੇਗਾ ਤਾਂ ਸਾਨੂੰ ਪਤਾ ਫੋਰਸ ਘੱਟ ਲੱਗੇਗੀ। ਹੁਣ ਦੇਖੋ, ਮੰਨ ਲਓ ਇਹ ਜਿਹੜੇ ਮੋਟਰਸਾਈਕਲ ਦਾ ਇੱਥੇ ਟਾਇਰ ਆ ਤੇ ਇੱਥੇ ਕੀ ਹੁੰਦਾ ਵਾ, ਸ਼ੌਕਰ ਹੁੰਦਾ ਵਾ, ਸ਼ੌਕ ਅਬਜ਼ੋਰਬਰ। ਇਹ ਸ਼ੌਕ ਅਬਜ਼ੋਰਬਰ ਨੀਚੋਂ ਝਟਕਾ ਲੱਗਾ, ਟੁੱਟਾ ਰੋਡ ਆਇਆ, ਨੀਚੋਂ ਝਟਕਾ ਲੱਗਾ ਤੇ ਇਸ ਸਪਰਿੰਗ ਨੇ ਕੀ ਕਰਨਾ ਹੁੰਦਾ ਵਾ, ਉਸ ਝਟਕੇ ਨੂੰ ਉੱਪਰ ਪਹੁੰਚਾਉਣ ਦੇ ਵਿੱਚ ਟਾਈਮ ਵਧਾ ਦੇਣਾ। ਤੇ ਜੇ ਟਾਈਮ ਵੱਧ ਗਿਆ ਤੇ ਸਾਨੂੰ ਪਤਾ ਸਾਨੂੰ ਉੱਪਰ ਫੋਰਸ ਘੱਟ ਫੀਲ ਹੋਣੀ ਆ, ਸਾਨੂੰ ਉਹ ਝਟਕਾ ਘੱਟ ਫੀਲ ਹੋਣਾ। ਤੇ ਇਹ ਕੀ ਆ, ਇਸ ਤਰ੍ਹਾਂ ਦੀਆਂ ਸਾਡੇ ਕੋਲ ਹੋਰ ਵੀ ਐਗਜ਼ਾਮਪਲਸ ਆ ਨਿਊਟਨ ਦੇ ਸੈਕੰਡ ਲਾ ਦੀਆਂ। ਆਪਾਂ ਉਹਦੇ ਚੋਂ ਕੁਝ ਡਿਸਕਸ ਕਰ ਲਈਆਂ ਇੱਕੋ ਇਕੁਏਸ਼ਨ ਦੇ ਆਧਾਰ ਤੇ ਕਿ ਅਸੀਂ ਇਹਨਾਂ ਨੂੰ ਸਮਝ ਸਕਦੇ ਹਾਂ। ਹੁਣ ਸਾਡੇ ਕੋਲੋਂ ਇੱਕ ਚੀਜ਼ ਹੋਰ ਆ, ਆਪਾਂ ਇੱਥੇ ਡਿਸਕਸ ਕਰ ਹੀ ਲੈਂਦੇ ਆ, ਇੰਪਲਸ। ਇੰਪਲਸ ਆਈ ਨਾਲ ਲਿਖਦੇ ਆ ਫੋਰਸ ਇਨਟੂ ਟਾਈਮ। ਫੋਰਸ ਤੇ ਟਾਈਮ ਦੀ ਮਲਟੀਪਲੀਕੇਸ਼ਨ ਨੂੰ ਆਪਾਂ ਕੀ ਬੋਲਦੇ ਆ, ਇੰਪਲਸ ਬੋਲਦੇ ਆ। ਸੋ ਇੰਪਲਸ ਕੀ ਆ, ਇੰਪਲਸ ਇਜ਼ ਦਾ ਪ੍ਰੋਡਕਟ ਆਫ ਫੋਰਸ ਐਂਡ ਟਾਈਮ। ਆ ਟਾਈਮ ਕਿਹੜਾ ਹੈ, ਜਿੰਨਾ ਸਮਾਂ ਫੋਰਸ ਲੱਗੀ ਆ। ਅਸੀਂ ਇੰਪਲਸ ਨੂੰ ਕੈਲਕੂਲੇਟ ਕਿਵੇਂ ਕਰਦੇ ਆ, ਮਤਲਬ ਇਸ ਇੰਪਲਸ ਨੂੰ ਕੈਲਕੂਲੇਟ ਕਿਵੇਂ ਕਰਦੇ ਆ, ਤੇ ਅਸੀਂ ਕੈਲਕੂਲੇਟ ਕਰਦੇ ਆ ਚੇਂਜ ਇਨ ਮੋਮੈਂਟਮ ਤੋਂ। ਕਿੱਥੋਂ ਕੈਲਕੂਲੇਟ ਕਰਦੇ ਆ, ਇਹਦੀ ਕੈਲਕੂਲੇਸ਼ਨ ਜਿਹੜੀ ਆ ਉਹ ਚੇਂਜ ਇਨ ਮੋਮੈਂਟਮ ਤੋਂ ਕਰਦੇ ਆ। ਹੁਣ ਦੇਖੋ ਕਿਵੇਂ, ਸਾਡੀ ਡੈਫੀਨੇਸ਼ਨ ਕੀ ਆ, ਇੰਪਲਸ ਫੋਰਸ ਇਨਟੂ ਟਾਈਮ। ਤੇ ਫੋਰਸ ਕੀ ਹੁੰਦੀ ਆ, ਅਸੀਂ ਹੁਣੇ ਪੜਿਆ, ਫੋਰਸ ਹੁੰਦੀ ਆ mv ਮਾਈਨਸ u ਅਪੋਨ t ਇਨਟੂ t। ਆਪਾਂ ਅਸੀਂ ਫੋਰਸ ਨੂੰ m ਬਾਹਰ ਕੱਢ ਲਿਆ ਸੀ, v ਮਾਈਨਸ u ਬਟਾ t ਲਿਖ ਲਿਆ ਸੀ, ਤੇ ਇੱਥੇ ਮੈਂ ਇਸੇ ਤਰੀਕੇ ਨਾਲ ਲਿਖ ਲਿਆ, t ਨਾਲ t ਕੱਟਿਆ ਗਿਆ, ਇੰਪਲਸ mv ਮਾਈਨਸ mu। mv ਕੀ ਆ, ਫਾਈਨਲ ਮੋਮੈਂਟਮ ਆ, ਮਾਈਨਸ ਇਨੀਸ਼ੀਅਲ ਮੋਮੈਂਟਮ ਆ। ਇੰਪਲਸ ਨੂੰ ਅਸੀਂ ਇਸ ਤਰੀਕੇ ਨਾਲ ਕੈਲਕੂਲੇਟ ਕਰ ਲੈਂਦੇ ਆ। ਇਹ ਇੰਪਲਸ ਆ ਜਿਹੜੀ ਬਹੁਤ ਸ਼ਾਰਟ ਡਿਊਰੇਸ਼ਨ ਦੇ ਵਿੱਚ ਫੋਰਸ ਲੱਗਦੀ ਨਾ, ਅਸੀਂ ਆਮ ਤੌਰ ਤੇ ਉਹਨੂੰ ਵੀ ਇੰਪਲਸ ਕਹਿ ਦਿੰਦੇ ਆ, ਜਿਹੜੀ ਬਹੁਤ ਘੱਟ ਸਮੇਂ ਲਈ ਐਪਲੀਕੇਬਲ ਹੁੰਦੀ ਆ। ਜਿਵੇਂ ਤੇ ਇੰਪਲਸ ਦਾ ਫਾਰਮੂਲਾ ਕੀ ਆ, ਫੋਰਸ ਇਨਟੂ ਟਾਈਮ। ਤੇ ਕੈਲਕੂਲੇਟ ਕਿਵੇਂ ਕਰਨਾ ਵਾ, ਚੇਂਜ ਇਨ ਮੋਮੈਂਟਮ ਤੋਂ ਅਸੀਂ ਇੰਪਲਸ ਨੂੰ ਕੈਲਕੂਲੇਟ ਕਰ ਲੈਣਾ। ਹੁਣ ਦੇਖਦੇ ਹਾਂ ਨਿਊਟਨ ਦਾ ਤੀਸਰਾ ਨਿਯਮ, ਨਿਊਟਨ ਥਰਡ ਲਾ। ਨਿਊਟਨ ਦਾ ਤੀਸਰਾ ਲਾ। ਪਹਿਲਾ ਨਿਯਮ ਕੀ ਕਹਿੰਦਾ ਸੀ, ਪਹਿਲੇ 'ਚ ਅਸੀਂ ਪੜਿਆ ਫੋਰਸ ਦੀ ਪਰਿਭਾਸ਼ਾ, ਮਤਲਬ ਡੈਫੀਨੇਸ਼ਨ ਆਫ ਫੋਰਸ। ਦੂਜੇ ਵਿੱਚ ਕੀ ਪੜਿਆ, ਕੈਲਕੂਲੇਸ਼ਨ ਆਫ ਫੋਰਸ, ਕਿ ਮਤਲਬ ਫੋਰਸ ਨੂੰ ਕੈਲਕੂਲੇਟ ਕਿਵੇਂ ਕਰਨਾ ਵਾ, ਉਹਦੀ ਵਰਤੋਂ ਕਿਵੇਂ ਕਰਨੀ ਹੈ। ਇਹ ਪਰਿਭਾਸ਼ਾ ਵਾ, ਇਹ ਕੈਲਕੂਲੇਸ਼ਨ ਕਿਵੇਂ ਕਰਨੀ ਅਸੀਂ ਪੜਿਆ, ਮਾਸ ਇਨਟੂ ਐਕਸਲਰੇਸ਼ਨ। ਤੀਸਰਾ ਨਿਯਮ ਕੀ ਆ, ਤੀਸਰੇ ਨਿਯਮ ਨੂੰ ਅਸੀਂ ਕਹਿੰਦੇ ਆ ਕਰੈਕਟਰਿਸਟਿਕਸ ਆਫ ਫੋਰਸ, ਮਤਲਬ ਫੋਰਸ ਦੀ ਵਿਸ਼ੇਸ਼ਤਾ ਕੀ ਆ, ਕਰੈਕਟਰਿਸਟਿਕਸ ਆਫ ਫੋਰਸ ਵੀ ਬੋਲ ਦਿੰਦੇ ਆ। ਆਮ ਤੌਰ ਤੇ ਸ਼ਬਦ ਤੁਹਾਨੂੰ ਬੁੱਕਸ 'ਚ ਨਹੀਂ ਲੱਭਣੇ, ਬੁੱਕਸ ਦੇ ਵਿੱਚ ਸਿੱਧਾ ਹੀ ਲਿਖਿਆ ਹੋਏਗਾ ਨਿਊਟਨ ਦਾ ਪਹਿਲਾ ਲਾ, ਦੂਸਰਾ ਲਾ ਜਾਂ ਤੀਸਰਾ ਲਾ। ਹੁਣ ਆਪਾਂ ਗੱਲ ਕਰੀਏ ਕਿ ਨਿਊਟਨ ਦਾ ਥਰਡ ਲਾ ਕੀ ਕਹਿੰਦਾ ਵਾ। ਨਿਊਟਨ ਦਾ ਥਰਡ ਲਾ ਕਹਿੰਦਾ ਹੈ ਕਿ ਟੂ ਐਵਰੀ ਐਕਸ਼ਨ there is an ਮੈਂ ਥੋੜਾ h ਥੋੜਾ ਜਿਹਾ ਮੇਰਾ ਇਦਾਂ ਪੈ ਜਾਂਦਾ, h ਇਦਾਂ ਕੁਝ ਪਤਾ ਨਹੀਂ ਲੱਗਦਾ ਕਈ ਵਾਰੀ, ਥੋੜਾ ਸਿੱਧਾ ਜਿਹਾ ਰੱਖ ਦਿੰਦਾ ਮੈਂ। ਟੂ ਐਵਰੀ ਐਕਸ਼ਨ there is an equal and opposite reaction। To every action there is an equal and opposite reaction। ਇਹ ਸਾਡਾ ਕੀ ਆ, ਤੀਸਰਾ ਨਿਯਮ ਆ। ਹੁਣ ਮੰਨ ਲਓ ਮੈਂ ਇਸ ਤਰੀਕੇ ਨਾਲ ਕਹਾਂ ਕਿ ਮੇਰੇ ਕੋਲੋਂ ਇਹ ਪੈਨ ਕਾਪੀ ਦੇ ਉੱਪਰ ਪਿਆ ਹੋਇਆ ਜਾਂ ਇਸ ਟੇਬਲ ਦੇ ਉੱਪਰ ਪਿਆ ਹੋਇਆ ਵਾ। ਹੁਣ ਇੱਥੇ ਕੀ ਹੋ ਰਿਹਾ ਵਾ, ਇਹ ਪੈਨ ਇਸ ਟੇਬਲ ਤੇ ਨੀਚੇ ਨੂੰ ਫੋਰਸ ਲਾ ਰਿਹਾ ਵਾ, ਕਿਉਂਕਿ ਇਹਦਾ ਭਾਰ ਨੀਚੇ ਨੂੰ ਐਕਟ ਕਰ ਰਿਹਾ ਵਾ। ਤੇ ਇਹ ਟੇਬਲ ਕੀ ਕਰਦਾ ਪਿਆ ਵਾ, ਇਹ ਟੇਬਲ ਇਸ ਪੈਨ ਤੇ ਉੱਪਰ ਨੂੰ ਫੋਰਸ ਲਗਾ ਰਿਹਾ ਵਾ। ਇੱਥੇ ਦੋ ਕੰਮ ਹੋ ਰਹੇ ਆ, ਮਤਲਬ ਪੈਨ ਟੇਬਲ ਤੇ ਨੀਚੇ ਨੂੰ ਫੋਰਸ, ਤੇ ਟੇਬਲ ਨੇ ਪੈਨ ਤੇ ਉੱਪਰ ਨੂੰ ਫੋਰਸ। ਇਹਨੇ ਕੀ ਕੀਤਾ, ਇਹ ਐਕਸ਼ਨ ਆ, ਇਹਨੂੰ ਅਸੀਂ ਐਕਸ਼ਨ ਬੋਲਦੇ ਆ। ਇਹਨੂੰ ਕੀ ਬੋਲਦੇ ਆ, ਰਿਐਕਸ਼ਨ ਬੋਲਦੇ ਆ। ਮਤਲਬ ਹੁਣ ਦੇਖੋ ਨਿਯਮ ਕੀ ਕਹਿੰਦਾ, ਟੂ ਐਵਰੀ ਐਕਸ਼ਨ,
ਇੱਥੇ ਕਿਹੜਾ ਐਕਸ਼ਨ ਹੋਇਆ, ਇਸ ਪੈਨ ਨੇ ਨੀਚੇ ਨੂੰ ਫੋਰਸ ਲਾਈ। ਦੇयर इज़ एन इक्वल एंड ऑपोजिट रिएक्शन, मतलब इस टेबल ने पहला की कीता सी, इस पेन ने नीचे नूं फोर्स लाई, इस टेबल ने उन्नी ही फोर्स इक्वल पर ऑपोजिट डायरैक्शन च उपर नूं फोर्स लगाती आ। ये साडा की आ न्यूटन का तीसरा निज़म आ। हुण देखो तुसी बेंच ते जां कुर्सी ते बैठे जो, कुर्सी ते तुसी नीचे नूं फोर्स लगा रहे जो, तो कुर्सी की कर रही है, कुर्सी तुहानूं उपर नूं फोर्स लगा रही है, किन्नी, जिन्नी तुसीं थल्ले नूं लगा रहे जो उन्नी कुर्सी उपर नूं फोर्स लगा रही है। ये की आ, टू एवरी एक्शन हैव इक्वल एंड ऑपोजिट रिएक्शन, मतलब ऑपोजिट रिएक्शन तुहानूं मिलदी पई आ। हुण जदों तुसीं जमीन ते चलदे जो, ਤੁਹਾਡਾ पैर की करता वा, ਤੁਹਾਡਾ पैर ਜ਼ਮੀਨ ਤੇ ਪਿੱਛੇ ਨੂੰ ਫੋਰਸ ਲਾਉਂਦਾ। ਜਦੋਂ ਤੁਸੀਂ ਅੱਗੇ ਨੂੰ ਚੱਲਦੇ ਜੋ ਨਾ, ਤੁਹਾਡਾ ਪੈਰ ਜ਼ਮੀਨ ਨੂੰ ਪਿਛਾਂਹ ਨੂੰ ਧੱਕਦਾ ਵਾ। ਤੁਸੀਂ ਐਕਸ਼ਨ ਕੀ ਕੀਤਾ, ਜ਼ਮੀਨ ਨੂੰ ਪਿਛਾਂਹ ਨੂੰ ਧੱਕਿਆ ਤੇ ਤੁਹਾਨੂੰ ਰਿਐਕਸ਼ਨ ਕੀ ਮਿਲੀ, ਉਨੇ ਹੀ ਜ਼ੋਰ ਦੇ ਨਾਲ ਤੁਹਾਨੂੰ ਜ਼ਮੀਨ ਨੇ ਅੱਗੇ ਨੂੰ ਧੱਕਿਆ ਤੇ ਤੁਸੀਂ ਅੱਗੇ ਨੂੰ ਮੂਵ ਕੀਤਾ। ਹੁਣ ਤੁਸੀਂ ਤੇਜ਼ੀ ਨਾਲ ਜਾਣਾ ਵਾ, ਮੰਨ ਲਓ ਦੌੜਨਾ ਵਾ, ਤੇ ਜਦੋਂ ਦੌੜਦੇ ਜੋ ਉਦੋਂ ਪੈਰ ਦੇ ਨਾਲ ਜ਼ਮੀਨ ਨੂੰ ਪਿੱਛੇ ਨੂੰ ਸਪੀਡ ਨਾਲ ਧੱਕਦੇ ਜੋ, ਮਤਲਬ ਜ਼ਿਆਦਾ ਜ਼ੋਰ ਦੇ ਨਾਲ ਧੱਕਦੇ ਜੋ, ਤੇ ਜ਼ਮੀਨ ਕੀ ਕਰਦੀ, ਜ਼ਮੀਨ ਤੁਹਾਨੂੰ ਰਿਐਕਸ਼ਨ ਦਿੰਦੀ ਆ, ਆਪੋਜ਼ਿਟ ਰਿਐਕਸ਼ਨ ਦਿੰਦੀ ਆ, ਉਹ ਤੁਹਾਨੂੰ ਉਨੇ ਜ਼ੋਰ ਨਾਲ ਅੱਗੇ ਨੂੰ ਧੱਕਦੀ ਆ। ਸੋ ਇਹ ਸਾਡਾ ਇਕੁਅਲ ਰਿਐਕਸ਼ਨ ਆ। ਹੁਣ ਇਹਦੀਆਂ ਐਗਜ਼ਾਮਪਲਸ ਸਾਡੇ ਕੋਲੋਂ ਹੋਰ ਵੀ ਬਹੁਤ ਆ, ਜਿਵੇਂ ਤੁਸੀਂ ਕੋਈ ਗਨ ਵਾ, ਸਾਡੇ ਕੋਲੋਂ ਮੰਨ ਲਓ ਇੱਥੇ ਕੋਈ ਗਨ ਵਾ, ਕੋਈ ਗਨ ਆ, ਤੁਸੀਂ ਚੰਗੇ ਤਰੀਕੇ ਨਾਲ ਡਰਾਇੰਗ ਬਣਾ ਲੈਣਾ। ਜਦੋਂ ਗੋਲੀ ਅੱਗੇ ਨੂੰ ਚੱਲਦੀ ਆ ਨਾ, ਤੇ ਗਨ ਜਿਹੜੀ ਆ ਉਹ ਪਿੱਛੇ ਨੂੰ ਝਟਕਾ ਮਾਰਦੀ ਆ। ਐਕਸ਼ਨ ਕੀ ਹੋਇਆ ਕਿ ਇਹ ਗੋਲੀ ਅੱਗੇ ਨੂੰ ਗਈ, ਰਿਐਕਸ਼ਨ ਕੀ ਹੋਇਆ ਕਿ ਗਨ ਪਿੱਛੇ ਨੂੰ ਆਈ। ਇੱਥੇ ਕੀ ਆ, ਐਕਸ਼ਨ ਰਿਐਕਸ਼ਨ ਇੱਕੋ ਜਿਹਾ ਵਾ। ਜੋ ਹੁਣ ਦੇਖੋ, ਜਦੋਂ ਤੁਸੀਂ ਪਾਣੀ ਦੇ ਵਿੱਚ ਤੈਰਦੇ ਜੋ, ਜਦੋਂ ਤੁਸੀਂ ਪਾਣੀ 'ਚ ਤੈਰਦੇ ਜੋ ਤੇ ਤੁਸੀਂ ਪਾਣੀ ਨੂੰ ਪਿੱਛੇ ਨੂੰ ਧੱਕਦੇ ਜੋ, ਤੁਸੀਂ ਪਾਣੀ ਨੂੰ ਪਿੱਛੇ ਨੂੰ ਧੱਕਿਆ, ਇਹ ਤੁਹਾਡਾ ਕੀ ਆ, ਐਕਸ਼ਨ ਆ। ਤੇ ਪਾਣੀ ਨੇ ਕੀ ਦੇਣਾ, ਰਿਐਕਸ਼ਨ ਦੇਣੀ ਆ, ਤੇ ਰਿਐਕਸ਼ਨ ਕੀ ਆਈ, ਪਾਣੀ ਨੇ ਤੁਹਾਨੂੰ ਅੱਗੇ ਨੂੰ ਧੱਕੇਗਾ। ਇਹ ਸਾਡੀ ਐਕਸ਼ਨ ਰਿਐਕਸ਼ਨ ਦਾ ਪੇਅਰ ਆ। ਇੱਕ ਗੱਲ ਯਾਦ ਰੱਖੋ, ਐਕਸ਼ਨ ਦੇ ਨਾਲੋਂ ਕਦੀ ਵੀ ਰਿਐਕਸ਼ਨ ਵੱਡੀ ਨਹੀਂ ਹੋ ਸਕਦੀ। ਮਤਲਬ ਤੁਸੀਂ ਪਾਣੀ ਨੂੰ ਪਿਛਾਂਹ ਨੂੰ ਧੱਕ ਰਹੇ ਜੋ, ਉਹ ਤੁਹਾਡਾ ਐਕਸ਼ਨ ਆ, ਤੇ ਪਾਣੀ ਨੇ ਤੁਹਾਨੂੰ ਉਹਦੇ ਉਲਟਾ ਕੀ ਕੀਤਾ, ਪਾਣੀ ਨੇ ਤੁਹਾਨੂੰ ਅੱਗੇ ਨੂੰ ਧੱਕਿਆ, ਉਹ ਰਿਐਕਸ਼ਨ ਆ। ਐਕਸ਼ਨ ਨਾਲੋਂ ਰਿਐਕਸ਼ਨ ਕਦੀ ਵੀ ਫਿਜ਼ਿਕਸ ਦੇ ਵਿੱਚ ਜ਼ਿਆਦਾ ਨਹੀਂ ਹੁੰਦੀ। ਇਹ ਸਾਡਾ ਲਗਭਗ ਜਿਹੜਾ ਫੋਰਸ ਦੇ ਨਾਲ ਰਿਗਾਰਡਿੰਗ ਚੈਪਟਰ ਸੀ, ਤੇ ਅਸੀਂ ਇਹਦੇ ਵਿੱਚ ਇੱਕ ਦੋ ਟਰਮਸ ਹੋਰ ਦੇਖ ਲੈਂਦੇ ਆ। ਫੋਰਸ ਆਫ ਫ੍ਰਿਕਸ਼ਨ, ਮੈਂ ਉਹਦਾ ਵੀ ਜ਼ਿਕਰ ਕਰ ਹੀ ਲੈਣਾ ਕਿ ਫੋਰਸ ਆਫ ਫ੍ਰਿਕਸ਼ਨ ਕੀ ਚੀਜ਼ ਆ। +1 ਕਲਾਸ ਦੇ ਵਿੱਚ ਅਸੀਂ ਡਿਟੇਲ ਦੇ ਵਿੱਚ ਪੜਾਂਗੇ, 9th ਕਲਾਸ ਦੇ ਵਿੱਚ ਥੋੜਾ ਜਿਹਾ ਮੈਂ ਇਹਦਾ ਜ਼ਿਕਰ ਕਰ ਦਿੰਦਾ। ਫੋਰਸ ਆਫ ਫ੍ਰਿਕਸ਼ਨ ਪੰਜਾਬੀ ਦੇ ਵਿੱਚ ਆਪਾਂ ਇਹਨੂੰ ਰਗੜ ਬਲ ਮਿਲਦੇ ਆ, ਰਗੜ ਬਲ। ਹੁਣ ਦੇਖੋ, ਇੱਕ ਬੋਡੀ ਆ, ਮੰਨ ਲਓ ਕੋਈ ਭਾਰੀ ਚੀਜ਼ ਆ, ਤੁਸੀਂ ਇੱਧਰੋਂ ਫੋਰਸ ਲਗਾ ਰਹੇ ਜੋ, ਤੁਸੀਂ ਕੀ ਨੋਟ ਕਰਦੇ ਪਏ ਜੋ, ਤੁਸੀਂ ਨੋਟ ਕਰਦੇ ਪਏ ਜੋ ਕਿ ਇਹ ਬੋਡੀ ਮੈਂ ਫੋਰਸ ਲਾਉਣ ਡਿਆ ਵਾਂ ਤੇ ਮੂਵ ਹੀ ਨਹੀਂ ਕਰਦੀ ਪਈ। ਹੁਣ ਨਿਊਟਨ ਦਾ ਲਾਅ ਤੇ ਇਹ ਕਹਿੰਦਾ ਵਾ ਕਿ ਜੇਕਰ ਫੋਰਸ ਲੱਗੇਗੀ ਤੇ ਬੋਡੀ ਮੂਵ ਕਰੇਗੀ। ਤੇ ਤੁਸੀਂ ਇੱਕ ਟਰੈਕਟਰ ਨੂੰ ਧੱਕਾ ਲਾਉਣ ਡੈ ਪਏ, ਮੰਨ ਲਓ ਕਿਸੇ ਟਰੱਕ ਨੂੰ ਧੱਕਾ ਲਾਉਣ ਡੈ ਪਏ ਜਾਂ ਬੱਸ ਨੂੰ ਧੱਕਾ ਲਾਉਣ ਡੈ ਪਏ, ਫੋਰਸ ਲਾਉਣ ਡੈ ਪਏ, ਤੇ ਬੱਸ ਮੂਵ ਹੀ ਨਹੀਂ ਕੀਤੀ। ਮੰਨ ਲਓ ਇਹ ਬੱਸ ਮੂਵ ਹੀ ਨਹੀਂ ਕੀਤੀ। ਹੁਣ ਕੀ ਨਿਊਟਨ ਦਾ ਲਾਅ ਗਲਤ ਹੋ ਗਿਆ? ਕਿਉਂਕਿ ਨਿਊਟਨ ਤੇ ਕਹਿੰਦਾ ਸੀ ਜਦੋਂ ਵੀ ਫੋਰਸ ਲੱਗੂਗੀ ਬੋਡੀ ਮੂਵ ਕਰੇਗੀ। ਨਹੀਂ, ਨਿਊਟਨ ਦਾ ਲਾਅ ਗਲਤ ਨਹੀਂ ਹੋਇਆ। ਜੇਕਰ ਇਹ ਬੱਸ ਮੂਵ ਨਹੀਂ ਕਰ ਰਹੀ ਤੇ ਇਹਦਾ ਮਤਲਬ ਇਸ ਬੱਸ ਤੇ ਕੋਈ ਇਹੋ ਜਿਹੀ ਫੋਰਸ ਲੱਗ ਰਹੀ ਆ ਜਿਹੜੀ ਇਹਨੂੰ ਰੋਕ ਰਹੀ ਆ। ਉਹ ਫੋਰਸ ਕਿਹੜੀ ਆ? ਉਹ ਫੋਰਸ ਇਹਦੇ ਟਾਇਰਾਂ ਦੇ ਤੇ ਧਰਤੀ ਦੇ ਵਿੱਚ ਜਿਹੜੀ ਫੋਰਸ ਆ, ਮਤਲਬ ਇਹਦਾ ਰਗੜ ਬਲ ਵਾ, ਜਿਹੜਾ ਇਹਦੀ ਜਕੜਤਾ ਵਾ ਜਿਹੜੀ ਇੱਥੇ, ਉਹਨੂੰ ਆਪਾਂ ਕੀ ਬੋਲਦੇ ਆ? ਉਹਨੂੰ ਆਪਾਂ ਬੋਲਦੇ ਆ ਫੋਰਸ ਆਫ ਫ੍ਰਿਕਸ਼ਨ। ਇਹ ਫੋਰਸ ਆਫ ਫ੍ਰਿਕਸ਼ਨ ਸਾਡੇ ਵਾਸਤੇ ਜ਼ਰੂਰੀ ਵੀ ਆ। ਜੇਕਰ ਫ੍ਰਿਕਸ਼ਨ ਨਹੀਂ ਹੋਊਗੀ ਤਾਂ ਅਸੀਂ ਤਿਲਕ ਜਾਵਾਂਗੇ, ਮਤਲਬ ਇਹ ਜ਼ਰੂਰੀ ਆ। ਹੁਣ ਦੇਖੋ ਫ੍ਰਿਕਸ਼ਨ ਕਿੱਦਾਂ ਘਟਾਈ ਜਾ ਸਕਦੀ ਆ? ਫ੍ਰਿਕਸ਼ਨ ਬੜੇ ਥਾਵਾਂ ਤੇ ਹੁੰਦੀ ਆ, ਜਿੱਦਾਂ ਕੋਈ ਪੱਖਾ ਚੱਲ ਰਿਹਾ ਵਾ, ਪੱਖੇ ਦੇ ਬੈਰਿੰਗਾਂ ਦੇ ਵਿੱਚ ਵੀ ਕੀ ਆ? ਫ੍ਰਿਕਸ਼ਨ ਆ। ਤੇ ਆਪਾਂ ਕਹਿੰਦੇ ਆ ਕਿ ਇਹ ਪੱਖਾ ਚੱਲ ਰਿਹਾ ਵਾ। ਹੁਣ ਜਦੋਂ ਇਹ ਪੱਖਾ ਚੱਲ ਰਿਹਾ ਵਾ ਤੇ ਇਲੈਕਟ੍ਰੀਕਲ એનર્ਜੀ ਅਤੇ ਫੋਰਸ ਲਾ ਰਹੀ ਆ, ਆਪਾਂ ਕੀ ਕੀਤਾ? ਬਿਜਲੀ ਬੰਦ ਕਰਤੀ। ਇਹ ਪੱਖਾ ਹੌਲੀ ਹੌਲੀ ਰੁਕ ਜਾਂਦਾ। ਨਿਊਟਨ ਦਾ ਸੈਕੰਡ ਲਾਅ ਕਹਿੰਦਾ ਕਿ ਜਿਹੜੀ ਚੀਜ਼ ਇੱਕ ਵਾਰੀ ਘੁੰਮਣਾ ਸਟਾਰਟ ਕਰ ਗਈ ਉਹ ਰੁਕੇਗੀ ਨਹੀਂ। ਮਤਲਬ ਜਿਹੜੀ ਚੀਜ਼ ਮੋਸ਼ਨ 'ਚ ਆ ਉਹ ਮੋਸ਼ਨ ਦੇ ਵਿੱਚ ਹੀ ਰਹੇਗੀ, ਪਰ ਇਹ ਫਿਰ ਵੀ ਰੁਕ ਜਾਂਦਾ। ਇਹਦਾ ਕਾਰਨ ਕੀ ਆ? ਰੁਕਣ ਦਾ ਕਾਰਨ ਇਹ ਆ ਕਿ ਇਹਦੇ ਤੇ ਕੋਈ ਉਲਟਾ ਫੋਰਸ ਲੱਗਣੀ ਸਟਾਰਟ ਹੋ ਜਾਂਦੀ। ਉਹ ਕਿਹੜੀ ਆ? ਫ੍ਰਿਕਸ਼ਨ। ਕਿਹਦੀ? ਹਵਾ ਦੇ ਪਾਰਟੀਕਲ ਕੀ ਕਰਦੇ ਆ? ਇਹਦੇ ਤੇ ਫ੍ਰਿਕਸ਼ਨ ਲਾਉਂਦੇ ਆ ਤੇ ਉਹ ਇਹਨੂੰ ਰੋਕ ਦਿੰਦਾ ਵਾ। ਮਤਲਬ ਜਦੋਂ ਵੀ ਕੋਈ ਬੋਡੀ ਰੁਕਦੀ ਆ ਨਾ, ਉਹਦੇ ਤੇ ਕੋਈ ਨਾ ਕੋਈ ਉਲਟੀ ਫੋਰਸ ਲੱਗਦੀ ਹੀ ਲੱਗਦੀ ਆ। ਜੇਕਰ ਕੋਈ ਉਲਟੀ ਫੋਰਸ ਨਹੀਂ ਲੱਗੇਗੀ ਤਾਂ ਬੋਡੀ ਕਦੇ ਵੀ ਨਹੀਂ ਰੁਕ ਸਕਦੀ। ਮੇਰੇ ਕਹਿਣ ਦਾ ਮਤਲਬ ਇਹ ਆ
ਸੋ ਇਹ ਫੋਰਸ ਆਫ ਫ੍ਰਿਕਸ਼ਨ ਆ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਰਗੜ ਬਲ ਬੋਲਦੇ ਹਾਂ, ਕਿਉਂਕਿ ਨਿਊਟਨ ਦੇ ਲਾ ਪੜ੍ਹਦੇ ਹਾਂ ਬੱਚਾ ਕਨਫਿਊਜ਼ ਹੋ ਜਾਂਦਾ ਵਾ ਕਿ ਨਿਊਟਨਸ ਲਾ ਇਹ ਕਹਿੰਦਾ ਕਿ ਜੇਕਰ ਫੋਰਸ ਲੱਗੇਗੀ ਤਾਂ ਬੋਡੀ ਮੂਵ ਕਰੇਗੀ। ਦੂਜੀ ਗੱਲ ਆ, ਪਹਿਲੇ ਨਿਯਮ 'ਚ ਵੀ ਅਸੀਂ ਕਿਹਾ ਕਿ ਜੇਕਰ ਬੋਡੀ ਮੋਸ਼ਨ 'ਚ ਆ ਤਾਂ ਮੋਸ਼ਨ 'ਚ ਹੀ ਰਹੇਗੀ। ਤੇ ਮੈਂ ਉਹੀ ਗੱਲ ਕਿਹਾ ਕਿ ਜੇਕਰ ਪੱਖਾ ਚੱਲਦਾ ਪਿਆ ਵਾ ਤੇ ਤੁਸੀਂ ਫ੍ਰਿਕਸ਼ਨ ਖਤਮ ਕਰ ਦਿਓ, ਇਹ ਜੁਗਾਂ ਜੁਗਾਂਤਰਾਂ ਤੱਕ ਹੀ ਚੱਲਦਾ ਰਹੇਗਾ। ਪਰ ਪੱਖਾ ਕੁਝ ਸਮੇਂ ਬਾਅਦ ਰੁਕ ਜਾਂਦਾ। ਇਹਦਾ ਮਤਲਬ ਇਹ ਆ ਕਿ ਉਹਦੇ ਤੇ ਕੁਝ ਆਪੋਜ਼ਿਟ ਫੋਰਸ ਲੱਗਦੀ ਹੈ ਜਿਹੜੀ ਉਹਨੂੰ ਰੋਕ ਦਿੰਦੀ ਆ। ਉਹ ਫੋਰਸ ਕਿਹੜੀ ਆ? ਫ੍ਰਿਕਸ਼ਨ ਆ। ਕਈ ਤਰ੍ਹਾਂ ਦੀ ਫ੍ਰਿਕਸ਼ਨ ਹੋ ਸਕਦੀ ਆ, ਬੈਰਿੰਗਸ ਦੇ ਵਿੱਚ ਹੋ ਸਕਦੀ ਆ, ਹਵਾ ਦੇ ਨਾਲ ਹੋ ਸਕਦੀ ਆ। ਸੋ ਇਹ ਸਾਡਾ ਨਿਊਟਨਸ ਲਾ ਆਫ ਮੋਸ਼ਨ ਤੇ ਫੋਰਸ ਦੇ ਨਾਲ ਰਿਗਾਰਡਿੰਗ ਚੈਪਟਰ ਸੀ। ਤੇ +1 ਕਲਾਸ ਦੇ ਵਾਸਤੇ ਇਹ ਕੁਝ ਸਾਡੀਆਂ ਰਿਵੀਜ਼ਨ ਸੀ ਜਿਹੜੀ ਬਹੁਤ ਜ਼ਰੂਰੀ ਆ। ਇਹ ਪ੍ਰੋਪਰਲੀ ਸਾਡੇ ਸਿਲੇਬਸ ਦੇ ਵਿੱਚ ਹੈਗਾ ਵਾ। ਇਹਦੇ ਤੋਂ ਬਾਅਦ 'ਚ ਅਸੀਂ ਕੰਜ਼ਰਵੇਸ਼ਨ ਆਫ ਮੋਮੈਂਟਮ ਇੱਕ ਛੋਟਾ ਜਿਹਾ ਆਰਟੀਕਲ ਪੜ੍ਹਨਾ ਵਾ, ਕੰਜ਼ਰਵੇਸ਼ਨ ਆਫ ਮੋਮੈਂਟਮ। ਉਹਨੂੰ ਅਸੀਂ ਦੇਖ ਲਾਂਗੇ ਕਿ ਮੋਮੈਂਟਮ ਕੀ ਚੀਜ਼ ਆ। ਹੁਣ ਅਸੀਂ ਆਰਟੀਕਲ ਦੇਖਦੇ ਹਾਂ ਕੰਜ਼ਰਵੇਸ਼ਨ ਆਫ ਮੋਮੈਂਟਮ। ਕੰਜ਼ਰਵੇਸ਼ਨ ਆਫ ਮੋਮੈਂਟਮ ਦਾ ਮਤਲਬ ਆ ਕਿ ਕਿਸੇ ਸਿਸਟਮ ਦਾ ਜਿੰਨਾ ਪਹਿਲਾ ਮੋਮੈਂਟਮ ਸੀ ਓਨਾ ਹੀ ਮੋਮੈਂਟਮ ਬਾਅਦ ਵਿੱਚ ਹੋਏਗਾ। ਮੈਂ ਇਹਨੂੰ ਐਗਜ਼ਾਮਪਲ ਦੇ ਵਿੱਚ ਸਮਝਾਉਣਾ ਤੁਹਾਨੂੰ। ਮੰਨ ਲਓ ਕਿ ਇੱਕ ਸਿਸਟਮ ਦੇ ਵਿੱਚ ਕੀ ਆ, ਦੋ ਬਾਲਸ ਆ। ਇਹਦਾ ਮਾਸ ਕਿੰਨਾ? m1 ਤੇ ਇਹਦਾ m2। ਇਹ ਅੱਗੇ ਨੂੰ ਜਾ ਰਹੀਆਂ ਵਾ। ਮੈਂ ਕਹਿੰਦਾ ਕਿ ਮੰਨ ਲਓ ਇਹਦੀ ਵੈਲੋਸਿਟੀ u1 ਆ ਤੇ ਇਹਦੀ u2 ਆ, ਆਪਣੇ ਕੋਲੋਂ ਲੈ ਲਈ। ਹੁਣ ਆਪਾਂ ਇਹਨੂੰ ਮੰਨ ਲਿਆ ਕਿ ਇਹ ਕੀ ਆ, ਇੱਕ ਸਿਸਟਮ ਆ। ਇਹ ਇੱਕ ਸਿਸਟਮ ਦਾ ਹਿੱਸਾ ਵਾ ਜਿਹਦੇ ਵਿੱਚ ਦੋ ਬਾਲਸ ਮੂਵ ਕਰ ਰਹੀਆਂ ਵਾ। ਆਪਾਂ ਕਿਹਾ ਕਿ ਇਹਨਾਂ ਦਾ ਮੋਮੈਂਟਮ ਕਿੰਨਾ ਵਾ, ਮਤਲਬ ਇਨੀਸ਼ੀਅਲ ਮੋਮੈਂਟਮ ਸਿਸਟਮ ਦਾ। ਇਨੀਸ਼ੀਅਲ ਮੋਮੈਂਟਮ ਸਿਸਟਮ ਦਾ ਆਫ ਸਿਸਟਮ। ਇਸ ਬਾਲ ਦਾ ਮੋਮੈਂਟਮ ਕਿੰਨਾ? m1 u1, ਇਹਦਾ ਕਿੰਨਾ? m2 u2। ਇਹ ਕੀ ਆ? ਟੋਟਲ ਸਿਸਟਮ ਦਾ ਇਨੀਸ਼ੀਅਲ ਮੋਮੈਂਟਮ, ਮਤਲਬ ਪਹਿਲਾਂ ਵਾਲਾ ਮੋਮੈਂਟਮ। ਹੁਣ ਅਸੀਂ ਦੇਖਿਆ ਕਿ ਬਾਅਦ ਵਿੱਚ ਕੁਝ ਸਮੇਂ ਬਾਅਦ ਜਿਹੜੀ ਇਹ ਬਾਲ ਆ ਇਹਦੇ ਨਾਲ ਟਕਰਾ ਗਈ, ਮਤਲਬ ਇਦਾਂ ਟਕਰਾ ਗਈ ਕਿ m1 ਇੱਧਰ ਨੂੰ ਚਲ ਗਈ ਤੇ m2 ਇੱਧਰ ਨੂੰ ਚਲ ਗਈ। ਤੇ ਬਾਅਦ ਵਿੱਚ ਇਹਨਾਂ ਦੀ ਦੋਨਾਂ ਬਾਲਸ ਦੀ ਕੀ ਆ, ਆਪਸ ਦੇ ਵਿੱਚ ਕੋਲੀਜ਼ਨ ਹੋ ਗਈ। ਕੋਲੀਜ਼ਨ ਮਤਲਬ ਟੱਕਰ ਹੋ ਗਈ। ਟੱਕਰ ਹੋ ਗਈ, ਮੰਨ ਲਓ m1 ਵਾਲੀ ਇੱਧਰ ਨੂੰ ਚਲੇਗੀ, m2 ਵਾਲੀ ਇੱਧਰ ਨੂੰ ਚਲੇਗੀ। ਤੇ ਇਹਦੀ ਵੈਲੋਸਿਟੀ ਪਹਿਲੇ ਵਾਲੀ ਦੀ ਆਪਾਂ ਲੈ ਲੈਂਦੇ ਆ v1 ਤੇ ਦੂਜੇ ਦੀ v2। ਹੁਣ ਇਹ ਇੱਕ ਫੇਰ ਸਿਸਟਮ ਆ। ਅਸੀਂ ਕਿਹਾ ਫਾਈਨਲ ਮੋਮੈਂਟਮ ਕਿੰਨਾ ਵਾ? ਫਾਈਨਲ ਮੋਮੈਂਟਮ m1 v1 ਪਹਿਲੀ ਦਾ ਤੇ ਦੂਜੀ ਦਾ m2 v2। ਕੰਜ਼ਰਵੇਸ਼ਨ ਆਫ ਮੋਮੈਂਟਮ ਦੇ ਵਿੱਚ ਇਹ ਗੱਲ ਕਹੀ ਜਾਂਦੀ ਆ ਕਿ ਜੇਕਰ ਕੋਈ ਤੀਸਰੀ ਚੀਜ਼ ਦੇ ਵਿੱਚ ਸ਼ਾਮਲੀਅਤ ਨਹੀਂ ਕੀਤੀ, ਮਤਲਬ ਜਿੰਨੀਆਂ ਸਿਸਟਮ ਦੇ ਵਿੱਚ ਪਹਿਲਾਂ ਚੀਜ਼ਾਂ ਸੀ, ਜਿਵੇਂ ਇੱਥੇ 2 ਸੀ, ਜੇ 3 ਹੁੰਦੀਆਂ ਤੇ ਆਪਾਂ ਇੱਧਰ ਵੀ 3 ਲੈਣੀਆਂ ਸੀ। ਮਤਲਬ ਜਿੰਨਾ ਪਹਿਲਾਂ ਸਿਸਟਮ ਕੋਲ ਮੋਮੈਂਟਮ ਸੀ ਓਨਾ ਹੀ ਮੋਮੈਂਟਮ ਬਾਅਦ ਵਿੱਚ ਹੋਏਗਾ। ਇਹਨੂੰ ਆਪਾਂ ਕੀ ਬੋਲਦੇ ਆ? ਕੰਜ਼ਰਵੇਸ਼ਨ ਆਫ ਮੋਮੈਂਟਮ। ਮੈਂ ਇੱਕ ਉਦਾਹਰਨ ਹੋਰ ਲੈ ਕੇ ਦੱਸ ਦਿੰਦਾ। ਇਨੀਸ਼ੀਅਲ ਮੋਮੈਂਟਮ ਇਜ਼ ਇਕੁਅਲ ਟੂ ਫਾਈਨਲ ਮੋਮੈਂਟਮ। ਸ਼ਰਤ ਕੀ ਆ? ਸ਼ਰਤ ਇਹ ਆ ਕਿ ਬਾਹਰੋਂ ਫੋਰਸ ਨਾ ਲੱਗੇ, ਮਤਲਬ ਇਹ ਆਪਸ ਦੇ ਵਿੱਚ ਲਾ ਲੈਣ ਤਾਂ ਲਗਾ ਲੈਣ, ਜਿਵੇਂ ਇਹਨਾਂ ਨੇ ਟੱਕਰ ਮਾਰੀ ਆ, ਪਰ ਬਾਹਰੋਂ ਕੋਈ ਫੋਰਸ ਨਹੀਂ ਲੱਗੇਗੀ। ਜੇਕਰ ਬਾਹਰੋਂ ਫੋਰਸ ਨਹੀਂ ਲੱਗੇਗੀ ਤਾਂ ਮੋਮੈਂਟਮ ਕੀ ਆ? ਕੰਜ਼ਰਵ ਰਹੇਗਾ। ਕੰਜ਼ਰਵ ਦਾ ਮਤਲਬ ਕੀ ਹੋ ਗਿਆ ਕਿ ਉਹ ਸੇਮ ਰਹੇਗਾ, ਜਿੰਨਾ ਪਹਿਲਾਂ ਸੀ ਓਨਾ ਹੀ ਰਹੇਗਾ। ਹੁਣ ਇਹਦੇ 'ਚ ਮੈਂ ਦੂਸਰੀ ਐਗਜ਼ਾਮਪਲ ਲੈਣਾ ਵਾਂ ਗਨ ਦੀ। ਗਨ ਐਂਡ ਬੁਲੇਟ। ਹੁਣ ਦੇਖੋ ਇੱਥੇ ਇੱਕ ਗਨ ਆ ਸਾਡੇ ਕੋਲੋਂ, ਇਹ ਕੋਈ ਗਨ ਵਾ ਤੇ ਇਹਦੇ ਵਿੱਚ ਅਸੀਂ ਕਹੀਏ ਕਿ ਇੱਕ ਬੁਲੇਟ ਆ। ਇੱਥੇ ਕਿਤੇ ਬੁਲੇਟ ਆ ਜਿਹਨੇ ਇੱਧਰ ਨੂੰ ਮੂਵ ਕਰਨਾ ਵਾ। ਹੁਣ ਪਹਿਲਾਂ ਕੀ ਆ? ਗਨ ਵੀ ਰੈਸਟ ਤੇ ਆ ਤੇ ਬੁਲਟ ਵੀ ਰੈਸਟ ਤੇ ਆ। ਆਪਾਂ ਕਿਹਾ ਮੰਨ ਲਓ ਗਨ ਦਾ ਮਾਸ m ਵੱਡਾ, ਮਾਸ ਆਫ ਗਨ, ਤੇ ਬੁਲੇਟ ਦਾ ਮਾਸ, ਗੋਲੀ ਮਤਲਬ ਮਾਸ ਆਫ ਬੁਲੇਟ, ਛੋਟਾ m। ਇਹ ਲਿਖ ਲਿਆ। ਦੋਵੇਂ ਚੀਜ਼ਾਂ ਰੈਸਟ ਤੇ ਉੱਤੇ ਆ। ਆਪਾਂ ਕਿਹਾ ਵੈਲੋਸਿਟੀ ਇਹਦੀ ਵੀ ਰੈਸਟ ਤੇ ਆ, ਉਹਦੀ ਵੈਲੋਸਿਟੀ ਰੈਸਟ ਤੇ ਆ। ਹੁਣ ਆਪਾਂ ਗਨ ਤੇ ਬੁਲਟ ਕੀ ਆ? ਇੱਕ ਸਿਸਟਮ ਆ। ਤੇ ਆਪਾਂ ਕਿਹਾ ਇਸ ਸਿਸਟਮ ਦਾ ਇਨੀਸ਼ੀਅਲ ਮੋਮੈਂਟਮ ਕਿੰਨਾ ਵਾ? ਮਾਸ ਗਨ ਦੀ ਵੈਲੋਸਿਟੀ 0, ਬੁਲੇਟ m, ਇਹਦੀ ਵੈਲੋਸਿਟੀ 0, ਮੋਮੈਂਟਮ ਕਿੰਨਾ? 0। ਹੁਣ ਦੇਖੋ ਜਦੋਂ ਗੋਲੀ ਚੱਲੀ, ਸਾਨੂੰ ਪਤਾ ਕਿ ਇਸ ਗੋਲੀ ਦੀ ਸਪੀਡ, ਮੰਨ ਲਓ ਕੋਈ ਸਪੀਡ ਹੋ ਗਈ v। ਜਦੋਂ ਗੋਲੀ ਚੱਲਦੀ ਆ
उस टाइम ये गन पिछे नूं झटका मारती आ ते जिन्नी स्पीड नाल इहने पिछे नूं झटका मारिया मैं इहनूं लिख लैना वा यू लिख लैना, तुसीं भावें वड्डी वी पा लो, इहनूं वड्डी वी पा लो, इहनूं छोटी वी पा लो। छोटी वी की होगी जिस स्पीड दे नाल गोली जा रही आ, ते वड्डी वी की होगी जिस स्पीड दे नाल गन ने पिछे नूं झटका मारना। हुण देखो असीं क्या पहला मोमेंटम कितना है 0, हुण कितना मोमेंटम होना चाहिए, हुण भी मोमेंटम 0 होना चाहिए, क्योंकि लॉ ऑफ कंजरवेशन की कहंदा वा कि मोमेंटम जिन्ना पहला सी उन्ना ही मोमेंटम बाद विच होएगा। ते हुण मोमेंटम कितना होना चाहिए 0, इधर वाली डायरैक्शन असीं पॉजिटिव लै लैंदे आ ते इधर वाली नैगेटिव। असीं पढ़िया कि मास बुलेट दा वेलोसिटी v बुलेट दी जमा मास गन दा वेलोसिटी गन दी, ये 0 होने चाहिए आ, सानू इस चीज़ का पता वा। पर हुण देखो इधर वाली साइड पॉजिटिव आ, इधर वाली नैगेटिव आ, इहदा मतलब v वेलोसिटी एक वैक्टर क्वांटिटी, आपां नूं -v लिखना पैना, ते आपां लिखिया mv माइनस mv इज इक्वल टू 0। यह v वड्डी की आ गन दी वेलोसिटी पिछे नूं, इस वड्डी v नूं बोलदे आ रिकॉयल वेलोसिटी। जिस वेलोसिटी दे नाल गन पिछे नूं मूव करदी आ उहनूं बोलदे रिकॉयल वेलोसिटी। ते रिकॉयल वेलोसिटी साडे कोलों कितनी आई, असीं इहनूं सॉल्व करिए, छोटा m v इज इक्वल टू वड्डा m v, ते v कितना आया m v बटा m, यह भी रिकॉयल वेलोसिटी, आर लगा देना मैं इत्थे, रिकॉयल वेलोसिटी बोलते हैं आपां इहनूं, एक इंग्लिश का वर्ड है रिकॉयल वेलोसिटी। तो यदा कोई ना कोई नमैरिकल भी पेपर दे विच साडे कोलों आ जांदा वा रिकॉयल वेलोसिटी दे नाल रिलेटेड। इहदे विच आपां की कहा जिन्ना पहला मोमेंटम सी 0 उन्ना ही मोमेंटम बाद विच होएगा, ठीक आ। जिवें आपां इत्थे कहा सी कि जेकर बाहरों फोर्स नहीं लगेगी, बच्चा सोचदा कि इत्थे बाहरों फोर्स किसी ना किसी ने चलाया वा, इहदा मतलब बाहरों फोर्स लाए आ। हुण देखो इहदे च आपां तिन्ने चीज़ां मान के चलणियां, जिहड़ा बंदा मतलब फड़ के खलोता वा ना इस गन नूं, ਉਹਦਾ ਮਾਸ ਤੇ ਗਨ ਦਾ ਮਾਸ ਇਹ ਇਕੱਠੇ ਮੰਨੇ ਆ, ਤੇ ਇਹਦੇ ਵਿੱਚ ਵੀ ਇਦਾਂ ਹੀ ਆ, ਮਤਲਬ ਗਨ ਤੇ ਬੰਦੇ ਨੂੰ ਆਪਾਂ ਇਕੱਠਾ ਮੰਨਿਆ ਵਾ, ਉਹ ਬੰਦਾ ਵੀ ਇਸ ਚੀਜ਼ ਦਾ ਪਾਰਟ ਵਾ, ਤੇ ਆਪਾਂ ਇਕੱਠਾ ਹੀ ਮਾਸ ਐਮ ਲੈ ਲਿਆ ਵਾ ਦੋਵਾਂ ਦਾ ਹੀ, ਕਿਉਂਕਿ ਜੇ ਇਹ ਗਨ ਝਟਕਾ ਮਾਰੂਗੀ ਤੇ ਉਹ ਬੰਦੇ ਦੀਆਂ ਹੱਥਾਂ 'ਚ ਹੋਏਗੀ ਗਨ, ਤੇ ਬੰਦੇ ਨੂੰ ਵੀ ਤੇ ਝਟਕਾ ਮਾਰੇਗੀ ਨਾ, ਮਤਲਬ ਬੰਦਾ ਤੇ ਗਨ ਇੱਕੋ ਚੀਜ਼ ਮੰਨ ਲਈ ਆ ਅਸੀਂ ਇਸ ਐਗਜ਼ਾਮਪਲ ਦੇ ਵਿੱਚ। ਸੋ ਅਸੀਂ ਇਸ ਤੋਂ ਬਾਅਦ 'ਚ ਇਸ ਚੈਪਟਰ ਦੇ ਨਿਊਮੈਰੀਕਲ ਦੇਖਾਂਗੇ। बाकी थ्रैटिकल वर्क फोर्स एंड लॉ ऑफ मोशन का कंप्लीट आ, थोड़े बहुत नूमैरिकल देखांगे, तुसीं ट्राई करना। बाकी आस करदा तुहानूं समझ लगी होएगी। धन्यवाद।